ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੁਵਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 19 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਚੱਲੀਏ ਸ਼ਰਮਾ ਜੀ, ਰੁਖ ਕਰੀਏ ਪੰਥਕ ਮਾਮਲਿਆਂ ਦਾ। ਇਸ ਟਾਈਮ ਬਾਦਲ ਪਰਿਵਾਰ ਖਾਸਾ ਘਿਰਿਆ ਨਜ਼ਰ ਆਉਂਦਾ ਜੇਕਰ ਪੰਥਕ ਮਾਮਲਿਆਂ ਦੇ ਉੱਤੇ ਗੱਲਬਾਤ ਕਰੀਏ। ਜਦੋਂ ਤੋਂ ਗਿਆਨੀ ਰਘਬੀਰ ਸਿੰਘ ਜੀ ਨੇ ਕਈ ਪਿਛਲੇ ਮਾਮਲਿਆਂ ਦੇ ਬਾਰੇ, ਕਈ ਪਿਛਲੇ ਐਪੀਸੋਡਸ ਦੇ ਬਾਰੇ ਸਟੇਟਮੈਂਟ ਦਿੱਤੀ ਹੈ, ਉਦੋਂ ਤੋਂ ਲਗਭਗ ਇਹ ਮੰਨਿਆ ਵੀ ਜਾ ਰਿਹਾ ਸੀ ਤੇ ਹੁਣ ਤਾਂ ਤੈਅ ਹੀ ਹੋ ਗਿਆ ਕਿ ਉਹਨਾਂ ਦੀ ਜਿਹੜੀ ਛੁੱਟੀ ਹੈ ਉਹ ਤੈਅ ਹੋ ਗਈ ਹੈ ਜੀ। ਹੁਣ ਪ੍ਰਵੀਨ ਜੀ, ਲੰਘੇ ਕੱਲ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਜੀ, ਔਰ ਉਸ ਬੈਠਕ ਤੋਂ ਪਹਿਲਾਂ ਇੱਕ ਦਿਨ ਗਿਆਨੀ ਰਘਬੀਰ ਸਿੰਘ ਹੋਰੀ ਜਿਵੇਂ ਮੀਡੀਆ ਦੇ ਮੁਖਾਤਬ ਹੋਏ ਤੇ ਉਹਨਾਂ ਨੇ ਲਗਭਗ ਉਹਨਾਂ ਸਾਰੀਆਂ ਗੱਲਾਂ ਤੇ ਉਂਗਲ ਧਰੀ ਜੀ, ਜੋ ਗੱਲਾਂ ਪਹਿਲਾਂ ਜਗ ਜ਼ਾਹਰ ਜਾਂ ਜਿਹੜੀਆਂ ਗੱਲਾਂ ਆਮ ਸੰਗਤ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਜੀ। ਪਰ ਇੱਕ ਆਮ ਵਿਅਕਤੀ, ਤੁਸੀਂ ਅਸੀਂ ਕੋਈ ਆਮ ਸਧਾਰਨ ਸਿੱਖ, ਕੋਈ ਸ਼ਰਧਾਲੂ, ਕੋਈ ਪੰਜਾਬੀ ਉਹ ਗੱਲ ਕਰੇ ਤਾਂ ਵੱਖਰੀ ਗੱਲ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗੱਲ ਕਰਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋਣ ਉਹ ਸ਼ਖਸੀਅਤ ਗੱਲ ਕਰੇ ਤਾਂ ਉਹਦਾ ਵਜ਼ਨ ਕਿੰਨਾ, ਉਹਦਾ ਅਰਥ ਕਿੰਨਾ, ਉਹਦਾ ਭਾਵ ਕਿੰਨਾ ਗਹਿਰਾ। ਸਹੀ ਗੱਲ, ਬਿਲਕੁਲ। ਪਰ ਦੂਸਰੇ ਪਾਸੇ ਅੰਤਰਿਮ ਕਮੇਟੀ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਗੱਲ ਕੀਤੀ ਜਾਵੇ ਫਿਰ ਇਹਦੇ ਅਰਥ ਹੋਰ ਵੀ ਬਣਦੇ ਨੇ ਕਿ ਕੀ ਉਹ ਜਾਣਦੇ ਸੀ ਕਿ ਕੱਲ ਨੂੰ ਮੈਨੂੰ ਹਟਾ ਦਿੱਤਾ ਜਾਊਗਾ ਇਸ ਲਈ ਬੋਲੇ, ਜਾਂ ਉਹ ਬੋਲੇ ਇਸ ਲਈ ਬੈਠਕ ਦੇ ਵਿੱਚ ਉਹਨਾਂ ਦਾ ਹਟਾਉਣ ਦਾ ਫੈਸਲਾ ਆਇਆ। ਸਹੀ ਹੈ, ਦੋਵਾਂ ਚੋਂ ਕੁਝ ਤਾਂ ਹੋਊਗਾ। ਹੁਣ ਸਵਾਲ ਵੱਡਾ ਇਹ ਹੈ ਕਿ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੀਡੀਆ 'ਚ ਆ ਕੇ ਗੱਲ ਕੀਤੀ ਕਿ ਅਸੀਂ ਬੈਠਕ 'ਚ ਫੈਸਲਾ ਕਰ ਲਿਆ ਜੀ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰੀ 72 ਘੰਟਿਆਂ ਦੇ ਵਿੱਚ ਸਾਰੇ ਉਹ ਸਬੂਤ ਦੇਣ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ, ਨਹੀਂ ਤਾਂ ਫਿਰ ਉਹਨਾਂ ਤੇ ਬਣਦੀ ਵਿਭਾਗੀ ਕਾਰਵਾਈ। ਵਿਭਾਗੀ ਕਾਰਵਾਈ ਮਤਲਬ ਤੁਸੀਂ ਮਾਨਹਾਨੀ ਦਾ ਕੇਸ ਤੁਸੀਂ ਕਰ ਦੋਗੇ, ਪਾਰਟੀ ਕਰ ਦੂਗੀ, SGPC ਕਰ ਦੂਗੀ, ਬਾਦਲ ਦਲ ਕਰ ਦੂਗਾ, ਸੁਖਬੀਰ ਕਰ ਦੂਗਾ, ਹੈਨਾ, ਜਾਂ ਤੁਸੀਂ ਉਹਨਾਂ ਦੀਆਂ ਸੇਵਾਵਾਂ ਖਤਮ। ਕਿਉਂਕਿ ਕੱਲ ਬੈਠਕ 'ਚ ਤੈਅ ਹੋ ਗਿਆ ਸੀ ਜੀ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾ ਰਿਹਾ ਤੇ ਇਸ ਗੱਲ ਨੂੰ ਆ ਕੇ ਮੀਡੀਆ 'ਚ ਪ੍ਰਚਾਰ ਵੀ ਦਿੱਤਾ ਸੀ SGPC ਦੇ ਮੈਂਬਰ ਮਿੱਠੂ ਸਿੰਘ ਕਾਨੇਕੇ ਨੇ ਤੇ ਉਹ ਤੋਂ ਬਾਅਦ ਉਹਦੇ ਖਿਲਾਫ ਵੀ ਮੈਨੂੰ ਐਕਸ਼ਨ ਲੈ ਰਹੇ ਆ SGPC ਦੀ ਕਮੇਟੀ ਕਿ ਵੀ ਤੁਸੀਂ ਪਹਿਲਾਂ ਆ ਕੇ ਜਦੋਂ ਮੀਟਿੰਗ ਨਿਬੜੀ ਹੋਣੀ, ਕਿਉਂਕਿ ਅਸਲ 'ਚ ਅੰਦਰ ਮੁੱਦਾ ਇਹ ਸੀ ਕਿ ਕਾਨੇਕੇ ਕਹਿ ਰਹੇ ਸੀ ਪਹਿਲਾਂ ਨੋਟਿਸ ਦੇਣਾ ਬਣਦਾ, ਤੁਰੰਤ ਕਾਰਵਾਈ ਨਹੀਂ ਕਰਨੀ ਬਣਦੀ। ਠੀਕ ਹੈ, ਬਾਕੀ ਮੈਂਬਰ ਜਾਂ ਬਾਦਲ ਧਿਰ ਨਾਲ ਸੰਬੰਧਿਤ ਸਾਰੇ ਮੈਂਬਰ ਇਸ ਗੱਲ ਤੇ ਸਹਿਮਤ ਸੀ ਕਿ ਹਟਾਓ ਜੀ, ਬਹੁਤ ਹੋ ਗਿਆ। ਤੇ ਉਹਨੂੰ ਲੱਗਿਆ ਕਿ ਤਾਂ ਤੈਅ ਹੀ ਹੈ, ਬਹੁਤ ਗਿਣਤੀ ਉੱਧਰ ਹੈ, ਇਸ ਲਈ ਉਹ ਬਾਹਰ ਆ ਕੇ ਉਹਨੇ ਮੀਡੀਆ 'ਚ ਪਹਿਲਾਂ ਹੀ ਗੱਲ ਕਰਤੀ ਕਿ ਹੋ ਗਿਆ ਜੀ, ਅੰਦਰ ਤਾਂ ਕੁਛ ਕਰ ਰਹੇ ਨੇ, ਮੈਂ ਤਾਂ ਵਿਰੋਧ ਕੀਤਾ ਸੀ। ਪਰ ਬਾਅਦ 'ਚ ਉਹਨਾਂ ਨੇ ਨੋਟਿਸ ਵਾਲਾ ਫੈਸਲਾ ਲੈ ਲਿਆ ਤੇ ਹੁਣ ਉਹਨਾਂ ਨੇ ਮੀਡੀਆ 'ਚ ਆ ਕੇ ਇਹ ਗੱਲ ਦੱਸੀ ਹੈ ਕਿ ਅਸੀਂ 72 ਘੰਟੇ ਦਾ, ਇਹ ਤਾਂ ਕਹਿਣ ਨੂੰ ਅਲਟੀਮੇਟਮ ਹੈ ਜੀ, ਠੀਕ ਹੈ ਨਾ। ਕਾਰਵਾਈ ਤਾਂ ਹੋਣੀ ਹੋ ਹੈ, ਉਹ ਤਾਂ ਤੈਅ ਹੀ ਹੈ ਔਰ ਇਸੇ ਲਈ ਮੰਨਿਆ ਜਾਂਦਾ ਕਿ ਗਿਆਨੀ ਰਘਬੀਰ ਸਿੰਘ ਤਾਂ ਹੀ ਬੋਲੇ। ਪਰ ਮੇਰਾ ਸਵਾਲ ਥੋੜਾ ਵੱਖਰਾ ਹੈ ਜੀ। ਧਾਮੀ ਹੋਰੀ ਕਹਿ ਰਹੇ ਕਿ ਵੀ ਗਿਆਨੀ ਰਘਬੀਰ ਸਿੰਘ ਹੋਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ ਲਾ ਰਹੇ ਆ। ਉਹਨਾਂ ਨੇ ਉਹਦੇ ਅਕਸ ਨੂੰ ਬਿਲਕੁਲ ਸਿੱਖ ਭਾਈਚਾਰੇ ਦੇ ਵਿੱਚ, ਸਿੱਖ ਜਗਤ ਦੇ ਵਿੱਚ, ਭਾਰਤ ਦੇ ਅੰਦਰ ਹੋਰ ਧਾਰਮਿਕ ਫਿਰਕਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਵੱਖਰਾ ਸਥਾਨ, ਵੱਖਰਾ ਰੁਤਬਾ ਹੈ। ਸਹੀ।
ਉਹ ਚਾਹੇ ਧਾਰਮਿਕ ਖੇਤਰ ਦੇ ਵਿੱਚ ਕਾਰਜ ਕਰਦੀ ਹੋਵੇ ਗੁਰੂ ਘਰਾਂ 'ਚ, ਚਾਹੇ ਉਹ ਸਿੱਖਿਆ, ਸਿਹਤ, ਹੋਰ ਕਿਤੇ ਆਫਤਾਵਾਂ ਆ ਜਾਵੇ ਉੱਥੇ ਜਾ ਕੇ ਸੇਵਾ ਨਿਭਾਉਂਦੀ ਹੋਵੇ, ਉਹਦਾ ਵੱਡਾ ਯੋਗਦਾਨ ਹੈ। ਪਰ ਕੀ ਗਿਆਨੀ ਰਘਵੀਰ ਸਿੰਘ ਇਸ ਮਨਸ਼ਾ ਨਾਲ ਹੁਣ ਬੋਲ ਰਹੇ ਨੇ ਕਿ ਇਹ ਖਤਮ ਹੋ ਜਾਵੇ ਸੰਸਥਾ? ਜੀ ਜੀ। ਕੀ ਉਹ ਇਸ ਮਨਸ਼ਾ ਨਾਲ ਬੋਲ ਰਹੇ ਨੇ ਕਿ ਮੇਰੇ ਬੋਲਾਂ ਦਾ ਅਸਰ 2027 ਚ ਬਾਦਲ ਦਲ ਦੀ ਚੋਣ ਤੇ ਪਵੇ? ਕੀ ਉਹ ਇਸ ਮਨਸ਼ਾ ਨਾਲ ਬੋਲ ਰਹੇ ਨੇ ਕਿ ਸੁਖਬੀਰ ਬਾਦਲ ਨੂੰ ਪਰੇ ਕਰਕੇ ਕਿਸੇ ਹੋਰ ਨੂੰ ਅੱਗੇ ਲਿਆਂਦਾ ਜਾਵੇ? ਜੀ। ਜਿਹੜੇ ਗਿਆਨੀ ਰਘਵੀਰ ਸਿੰਘ ਇਹ ਕਹਿੰਦੇ ਨੇ ਕਿ ਬਈ ਸਾਡੇ ਤੇ ਦਬਾਅ ਸੀ ਬਾਦਲਾਂ ਦਾ ਕਿ ਤੁਸੀਂ ਕਹਿ ਦਿਓ 2 ਦਸੰਬਰ ਵਾਲੇ ਹੁਕਮਨਾਮੇ SGPC ਦੇ ਖਿਲਾਫ, ਬਾਦਲਾਂ ਦੇ ਖਿਲਾਫ, ਇਹਨਾਂ ਅਹੁਦੇਦਾਰਾਂ ਦੇ ਖਿਲਾਫ ਜੋ ਅਸੀਂ ਹੁਕਮਨਾਮੇ ਲੈ ਕੇ ਆਏ ਆ, ਇਹਦੇ ਪਿੱਛੇ ਤਾਂ ਜੀ RSS BJP ਸੀ। ਕਹਿੰਦੇ ਅਸੀਂ ਕਹਿਣੋਂ ਇਨਕਾਰ ਕਰਤਾ ਤਾਂ ਸਾਡੇ ਨਾਲ ਬਦਲਾਖੋਰੀ ਹੋ ਰਹੀ ਹੈ। ਜੀ ਜੀ। ਅੱਜ ਮਨੋਂ ਬੋਲੇ ਗਿਆਨੀ ਰਘਵੀਰ ਸਿੰਘ, ਕੱਲ ਜਿੱਦਣ ਵੀ ਪ੍ਰੈਸ ਕਾਨਫਰੰਸ ਕੀਤੀ, ਮਤਲਬ ਜੀ ਕਿ ਉਹ ਮਨੋਂ ਸੀ, ਕਿ ਉਹ ਪੀੜ ਚੋਂ ਸੀ, ਕਿ ਅੱਜ ਕਿਸੇ ਦੇ ਦਬਾਅ ਹੇਠ ਸੀ, ਕਿ ਅੱਜ ਕੋਈ ਪਿੱਠ ਪਿੱਛੇ ਸੀ, ਕਿ ਅੱਜ ਕੋਈ 2027 ਦਾ ਡਿਜ਼ਾਈਨ ਤਿਆਰ ਕਰ ਰਿਹਾ। ਕਹਿਣ ਨੂੰ SGPC ਦੇ ਮਾਮਲਿਆਂ 'ਚ ਖੁਲਾਸੇ ਹੋਵੇ, ਸਭ ਨੂੰ ਪਤਾ ਕਿ ਬਾਦਲ ਦਲ ਤੇ ਜਾਂਦੀ ਹੈ ਗੱਲ, ਪਰ ਮੇਰਾ ਸਵਾਲ SGPC ਨੂੰ ਲੈ ਕੇ ਹੀ ਹੈ। ਠੀਕ ਹੈ ਕਿ ਜੇ ਗਿਆਨੀ ਰਘਵੀਰ ਸਿੰਘ ਦੇ ਬੋਲਾਂ ਨਾਲ SGPC ਨੂੰ ਢਾਹ ਲੱਗਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਵੀ ਕਿ ਛੋਟੀਆਂ ਮੋਟੀਆਂ ਰਿਸ਼ਵਤਖੋਰੀਆਂ ਤਾਂ ਚੱਲਦੀਆਂ ਨੇ ਜੀ, ਇਹ ਝੂਠ ਬੋਲਦੇ, ਐਡਾ ਬੜਾ ਮਾਮਲਾ ਨਹੀਂ ਹੋ ਸਕਦਾ। ਠੀਕ ਹੈ ਵੀ ਛੋਟੀ ਮੋਰੀ ਉਹ ਬੜੀ ਬਣਦੀ ਆ। ਤੁਸੀਂ ਇਹ ਮੌਕਾ ਕਿਵੇਂ ਦਿੰਦੇ ਹੋ? ਮੈਂ ਹਰ ਥਾਂ ਥੋੜਾ ਬੈਠ ਲੂੰਗਾ ਜੀ, ਫਿਰ ਪ੍ਰਬੰਧ ਇਹੋ ਜਿਹਾ ਕਿਉਂ ਨਹੀਂਗਾ? ਮਤਲਬ ਸ਼੍ਰੋਮਣੀ ਕਮੇਟੀ ਦੀ ਸਿੱਟ ਦਾ ਮਾਮਲਾ ਆ ਰਿਹਾ ਹੁਣ ਕਿ ਵੀ ਜਿਹੜੀ 328 ਲਾਪਤਾ ਬਾਬਲ ਸਰੂਪਾਂ ਦੇ ਮਾਮਲੇ ਸਿੱਟ ਹੈ, ਜਥੇਦਾਰ ਸਾਹਿਬ ਕਹਿੰਦੇ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ, ਬਾਕੀ ਮਨਜ਼ੂਰ ਨਹੀਂ। ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਨ ਵਾਲੇ ਤਾਂ ਸਾਰੇ ਅੰਮ੍ਰਿਤਧਾਰੀ ਨੇ ਜੀ, ਫਿਰ ਛੋਟੀ ਮੋਟੀ ਚੋਰੀ ਵੀ ਕਿੱਥੋਂ ਹੋ ਰਹੀ ਹੈ? ਜੀ ਸਹੀ ਹੈ। ਤੇ ਗੁਰੂ ਘਰ ਦੇ ਅੰਦਰ ਸੇਵਾ ਕਰਦੇ ਆ, ਤੁਸੀਂ ਆਪ ਮੰਨੀ ਜਾਂਦੇ ਹੋ ਕਿ ਪਰਚੀ ਗਲਤ ਹੋ ਗਈ ਜੀ, ਵੱਧ ਘੱਟ ਹੋ ਗਈ ਜੀ, ਉੱਪਰ ਥੱਲੇ ਹੋ ਗਈ, ਸਬਜ਼ੀ ਕੋਈ ਇੱਧਰ ਉੱਧਰ ਕਰ ਗਈ, ਜਾਂ ਛੋਟੀਆਂ ਮੋਟੀਆਂ ਗੱਲਾਂ ਨਹੀਂ। ਛੋਟੀਆਂ ਮੋਟੀਆਂ ਕਿਉਂ ਨੇ ਜੀ ਗੱਲ? ਸਵਾਲ ਤਾਂ ਸਮਝ ਆਉਂਦੀ ਹੈ ਕਿ ਮਤਲਬ ਸਾਡਾ ਇਖਲਾਕ ਕਿੱਥੇ ਆ? ਸਹੀ ਗੱਲ ਹੈ, ਬਿਲਕੁਲ। ਦੂਸਰੇ ਪਾਸੇ ਜੇ ਗਿਆਨੀ ਰਘਵੀਰ ਸਿੰਘ ਉਹਦੀ ਰਾਜਨੀਤਿਕ ਮਨਸ਼ਾ ਨਾਲ ਅੱਗੇ ਵੱਧ ਰਹੇ ਨੇ ਤੇ ਧਾਮੀ ਸਾਹਿਬ ਵੀ ਕਹਿੰਦੇ ਆ ਕਿ ਮੈਂ ਤਾਂ ਸੁਖਬੀਰ ਦਾ ਸਿਪਾਹੀ ਆ। ਤੁਸੀਂ 10ਵੇਂ ਪਾਤਸ਼ਾਹੀ ਦੇ ਸਿਪਾਹੀ ਕਿਉਂ ਨਹੀਂ? ਸਹੀ ਗੱਲ ਹੈ। ਤੁਸੀਂ ਗੁਰੂ ਘਰ ਦੇ ਕੂਕਰ, ਗੁਰੂ ਘਰ ਦੇ ਸੇਵਾਦਾਰ ਕਿਉਂ ਨਹੀਂ? ਬਿਲਕੁਲ। ਤੁਸੀਂ ਇਹ ਕਿਉਂ ਕਹਿੰਦੇ ਹੋ ਇੱਕ ਬੰਦੇ ਦੇ ਤੁਸੀਂ? ਇਹਦਾ ਮਤਲਬ ਦੋਵੇਂ ਪਾਸੇ ਕੋਈ ਪਿਆ ਕਾਮੀਆਂ। ਪਰ ਗਿਆਨੀ ਰਘਵੀਰ ਸਿੰਘ ਹੋਰੀ ਬਿਲਕੁਲ ਰਾਜਨੀਤਿਕ ਬਿਆਨਬਾਜ਼ੀ ਕਰ ਰਹੇ ਆ, ਆਪਾਂ ਮੰਨ ਕੇ ਚੱਲਦੇ ਹਾਂ। ਠੀਕ ਹੈ ਜੀ। ਕਿਉਂਕਿ ਜੇ ਸੱਚਮੁੱਚ ਉਹ ਭਾਵਨਾਤਮਕ ਇਸ ਮੁੱਦੇ ਤੇ ਆਏ ਹੁੰਦੇ ਤਾਂ ਉਸੇ ਦਿਨ ਆਉਂਦੇ ਜਦੋਂ 2 ਦਸੰਬਰ ਵਾਲੇ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰੀ ਹੋ ਰਿਹਾ ਸੀ ਬਾਦਲ ਦਾ। ਜੇ ਤੁਸੀਂ ਸਿੱਖ ਸਿਧਾਂਤਾਂ ਅਨੁਸਾਰ ਹੁੰਦੇ ਤਾਂ ਉਸ ਦਿਨ ਡਟ ਕੇ ਖੜਦੇ, ਤੁਹਾਡੇ ਬੋਲਾਂ 'ਚ ਬਬਲਿੰਗ ਨਾ ਹੁੰਦੀ। ਤੁਸੀਂ ਕਦੇ 5 ਮੈਂਬਰੀ ਕਮੇਟੀ ਨੂੰ ਹਾਂ ਕਰਦੇ, ਕਦੇ ਨਾ ਕਰਦੇ, ਕਦੇ ਬਾਦਲਾਂ ਨੂੰ ਵੀ ਕਹਿੰਦੇ ਕੱਟ ਲਓ ਆਪਣੀ ਮੈਂਬਰਸ਼ਿਪ, ਕਦੇ ਨਾ ਕਰ। ਤੁਸੀਂ ਵੀ ਦਵੱਲੇ ਚੱਲੇ। ਸਹੀ ਗੱਲ ਹੈ, ਬਿਲਕੁਲ। ਫਿਰ ਤੁਸੀਂ ਅਦਾਲਤ ਤੱਕ ਵੀ ਗਏ ਕਿ ਉਹਦਾ ਬਚਿਆ ਰਹਿ ਜਵੇ ਜੀ, ਫਿਰ ਥੋੜਾ ਸਮਝੌਤਾ ਹੋ ਗਿਆ, ਫਿਰ ਮਾਮਲਾ ਠੰਡੇ ਚਲਾ ਗਿਆ, ਤੁਹਾਨੂੰ ਸੇਵਾ ਮਿਲ ਗਈ। ਹੁਣ ਜੇ SGPC ਨੂੰ ਇਹ ਲੱਗਦਾ ਹੈ ਜਾਂ ਬਾਦਲ ਦਲ ਨੂੰ ਇਹ ਲੱਗਦਾ ਵੀ ਕਿ ਤਾਂ ਸਾਨੂੰ ਰਾਜਨੀਤਿਕ ਨੁਕਸਾਨ ਪਹੁੰਚਾਉਣ ਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਢਾਹ ਲੱਗਦੀ ਹੈ, ਤਾਂ 10 ਦਿਨ ਮੌਜੂਦਾ ਮੈਂਬਰ SGPC ਦੇ, ਮੌਜੂਦਾ ਪ੍ਰਧਾਨ, ਮੌਜੂਦਾ ਕਮੇਟੀ, ਕਿ ਤੁਸੀਂ SGPC ਦੀ ਮਜ਼ਬੂਤੀ ਲਈ ਕੀ ਕਰ ਰਹੇ ਹੋ? ਸਹੀ ਹੈ। ਤੁਸੀਂ ਕੇਂਦਰ ਮੂਹਰੇ ਅੜ ਰਹੇ ਹੋ ਕਿ ਕਰਾਓ ਚੋਣਾਂ ਸਾਡੀਆਂ। ਤੁਸੀਂ ਸੰਸਥਾ ਨੂੰ ਕਮਜ਼ੋਰ ਕਰ ਰਹੇ ਹੋ ਲਗਾਤਾਰ ਚੋਣਾਂ ਨਾ ਕਰਾ ਕੇ। ਕਿੱਥੇ ਅੜੇ ਹੋ? ਕਦੋਂ ਕਦੇ ਧਰਨਾ ਮੁਜ਼ਾਹਰਾ, ਕਦੇ ਕੋਈ ਲਿਖਤੀ ਮੁਹਿੰਮ, ਕਿੱਥੇ ਹੈ? ਜਾਂ ਕੇਂਦਰ ਚੋਂ ਨਿਕਲ ਕੇ ਸੂਬੇ ਵਾਲੀ ਕਮੇਟੀ ਬਣਾਉਣੀ ਹੈ? ਤੁਸੀਂ ਆਪ ਕਹਿੰਦੇ ਹੋ ਕਿ ਸਾਰੀਆਂ ਨੂੰ ਖੋਹ ਲਈਆਂ ਸੀ, ਸੂਬੇ ਤੱਕ ਹੀ ਰਹਿ ਗਏ। ਫਿਰ ਸੂਬੇ ਦੇ ਵਾਲੀ ਬਣਾ ਲਓ ਕਾਨੂੰਨ, ਕਰ ਲਓ ਚੋਣ। ਸਹੀ ਹੈ। ਦੂਸਰਾ, ਤੁਸੀਂ ਕਹਿੰਦੇ ਹੋ ਕਿ ਗਿਆਨੀ ਰਘਵੀਰ ਸਿੰਘ ਹੋਰੀ ਇਸ ਮੌਕੇ ਉਸ ਸਥਾਨ ਤੇ ਨੇ ਜਿੱਥੇ ਬਾਬਾ ਬੁੱਢਾ ਜੀ ਨੇ ਸੇਵਾ ਨਿਭਾਈ ਹੈ, ਤੇ ਐਡੇ ਵੱਡੇ ਰੁਤਬੇ ਤੇ ਸਥਾਨ ਦੇ ਉੱਤੇ ਬੈਠ ਕੇ ਜੇ ਕੋਈ ਸ਼ਖਸੀਅਤ ਸਵਾਲ ਖੜੇ ਕਰ ਰਹੀ ਹੈ, ਤੁਸੀਂ ਜਾਂਚ ਕਰਾ ਲਓ। ਤੁਸੀਂ ਕਿਉਂ ਨਹੀਂ ਉਹਨਾਂ ਦੇ ਬੋਲਾਂ ਨੂੰ ਕਹਿੰਦੇ ਕਿ ਠੀਕ ਹੈ ਜੀ, ਵੱਡੀ ਗੱਲ ਕੀਤੀ ਹੈ ਜਥੇਦਾਰ ਸਾਹਿਬ ਨੇ, ਸਾਡੇ ਹੈੱਡ ਗ੍ਰੰਥੀ ਸਾਹਿਬ ਨੇ, ਅਸੀਂ ਇਨਕੁਆਇਰੀ ਕਰਾਉਨੇ ਆ। ਬਿਲਕੁਲ। ਤੁਸੀਂ ਇਨਕੁਆਇਰੀ ਤੋਂ ਕਿਉਂ ਭੱਜ ਰਹੇ ਹੋ? ਤੁਸੀਂ ਕਹਿ ਰਹੇ ਹੋ ਨਾ ਕਿ ਸਿੱਟ ਸਾਡੇ ਕੋਲ ਦੁਬਾਰਾ ਰਾਤ ਨੂੰ ਚਿੱਠੀਆਂ ਲੈ ਕੇ ਆ ਗਈ, ਅਸੀਂ ਜੋ ਚਾਹੀਦਾ ਜੀ ਰਿਕਾਰਡ ਦੇ ਦਿਆਂਗੇ। ਗਿਆਨੀ ਰਘਵੀਰ ਸਿੰਘ ਤੋਂ ਸਬੂਤ ਮੰਗਣ ਦੀ ਬਜਾਏ ਤੁਸੀਂ ਰਿਕਾਰਡ ਰੱਖੋ ਨਾ ਉਹਨਾਂ ਦੇ ਮੂਹਰੇ ਕਿ ਜਥੇਦਾਰ ਸਾਹਿਬ ਦਰੁਸਤ ਕਰੋ ਆਪਣੇ ਆਪ ਨੂੰ, ਆ ਲੋ ਜੀ ਰਿਕਾਰਡ ਸਹੀ ਹੈ, ਕੁਝ ਗੜਬੜ ਨਹੀਂ ਹੈ ਜੀ। ਸੋ ਕਿਤੇ ਨਾ ਕਿਤੇ ਚੋਰ ਮੋਰੀਆਂ ਹੈਗੀਆਂ ਜਨਾਬ।
ਮਨਮੋਹਨ ਸਿੰਘ ਇਮਾਨਦਾਰ ਸੀ ਦਾ ਮਤਲਬ ਇਹ ਨਹੀਂ ਕਿ ਉਹਦੀ ਸਾਰੀ ਕੈਬਨਿਟ ਇਮਾਨਦਾਰ ਸੀ। ਸਹੀ ਗੱਲ, ਬਿਲਕੁਲ ਸਹੀ। ਧਾਮੀ ਸਾਹਿਬ ਤੁਸੀਂ ਪੈਸੇ ਪੱਖੋਂ ਇਮਾਨਦਾਰ ਹੋ ਸਕਦੇ ਹੋ, ਉਹਦੇ ਤੇ ਕਿਸੇ ਨੂੰ ਸ਼ੰਕੇ ਸ਼ੋਭੇ ਨਹੀਂ ਗਏ ਤੁਹਾਡੀ ਇਮਾਨਦਾਰੀ ਤੇ, ਪਰ ਤੁਹਾਡੀ ਟੀਮ, ਤੁਹਾਡੇ ਸਾਥੀ, ਤੁਹਾਡੇ ਆਕਾ ਉਹ ਕਿੰਨੇ ਸੱਚੇ ਸੁੱਚੇ, ਕਿੰਨੇ ਇਮਾਨਦਾਰ ਨੇ, ਇਹ ਸਵਾਲ ਹੈ। ਮੈਂ ਕਹਿੰਦਾ ਕੋਈ ਰਾਜਨੀਤਿਕ ਮਨਸ਼ਾ ਨਾਲ ਬੋਲ ਰਿਹਾ ਗਿਆਨੀ ਰਘਵੀਰ ਸਿੰਘ, ਪਰ ਉਸ ਨੂੰ ਤੁਸੀਂ ਸੱਚ ਸਾਬਤ ਕਰਕੇ ਕਿਆ ਤੱਥ ਚੱਕੋ, ਸਬੂਤ ਚੱਕੋ ਜੀ ਅਸੀਂ ਦਿੰਨੇ ਆ, ਉਹਨਾਂ ਤੋਂ ਮੰਗਣ ਦੀ ਬਜਾਏ ਤੁਸੀਂ ਆਪਣੇ ਆਪੇ ਕਹਾਣੀ ਹੋ ਜੂਗੀ। ਪਰ ਤੁਸੀਂ ਤੈਅ ਕੀਤਾ ਹੋਇਆ ਸੀ ਕਿ ਉਹਨੂੰ ਹਟਾਉਣਾ, ਉਹ ਇਸ ਲਈ ਬੋਲੇ ਹੈ ਨਾ, ਤੇ ਜਾਂ ਹੁਣ ਉਹ ਬੋਲ ਪਏ ਨੇ ਤੁਸੀਂ ਤਾਂ ਹਟਾਉਣਾ, ਜੋ ਵੀ ਹੋਵੇ ਜਾਣਾ ਤੈਅ ਹੈ ਜੀ ਗਿਆਨੀ ਰਘਵੀਰ ਸਿੰਘ ਦਾ ਜੀ। ਨਾਲੇ ਜਿਹੜੀ ਇਮਾਨਦਾਰੀ ਤੁਸੀਂ ਗੱਲ ਕੀਤੀ ਹੈ ਨਾ, ਇੱਕ ਵਿਅਕਤੀ ਵਿਸ਼ੇਸ਼ ਦੀ ਇਮਾਨਦਾਰੀ ਤੇ ਇੱਕ ਸਿਸਟਮ ਦੀ ਇਮਾਨਦਾਰੀ, ਇਹ ਦੋਨੇ ਅੱਡ-ਅੱਡ ਗੱਲਾਂ ਨੇ। ਇੱਕ ਇੰਡੀਵਿਜੂਅਲ ਤੇ ਇੱਕ ਸਟਰਕਚਰਲ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੀ ਇਮਾਨਦਾਰੀ ਦੀਆਂ ਵੱਖ-ਵੱਖ ਗੱਲਾਂ ਨੇ। ਅਸਲ ਦੇ ਵਿੱਚ ਜਿਹੜੀ ਇਸ ਧਾਰਾ ਦੇ ਨਾਲ, ਇਸ ਪੰਥ ਦੇ ਨਾਲ ਜੁੜੇ ਜਿਹੜੇ ਲੋਕ ਨੇ ਜਜ਼ਬਾਤੀ ਤੌਰ ਤੇ, ਧਾਰਮਿਕ ਤੌਰ ਤੇ, ਉਹਨਾਂ ਦਾ ਦਵੰਦ ਇਹ ਹੈ ਕਿ ਜਦੋਂ ਕਿਸੇ ਬੰਦੇ ਦੇ ਬਾਰੇ ਉਹਨਾਂ ਦਾ ਵਿਸ਼ਵਾਸ ਬਣਨ ਲੱਗਦਾ, ਜਦੋਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਬੰਦਾ ਸੱਚ ਦਾ ਪਾਂਧੀ ਹੈ, ਇਹ ਬੰਦਾ ਸਹੀ ਗੱਲ ਕਰਦਾ, ਉਦੋਂ ਨੂੰ ਉਹ ਕਿਸੇ ਹੋਰ ਵਿਵਾਦ ਦੇ ਵਿੱਚ ਫਸ ਜਾਂਦਾ। ਉਦੋਂ ਨੂੰ ਜਾਂ ਉਹਦੇ ਅਤੀਤ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਆ ਜਾਂਦੀ, ਜਿਵੇਂ ਤੁਸੀਂ ਕਿਹਾ ਕਿ ਦੋਵੇਂ ਪਾਸੇ ਚੱਲਦੇ ਰਹੇ, ਕੰਫਰਟ ਦੇ ਮੁਤਾਬਕ ਥੋੜ੍ਹੋ ਗੱਲਾਂ ਹੁੰਦੀਆਂ ਨੇ, ਕਿ ਆਪਣੇ ਹਿਸਾਬ ਦੇ ਨਾਲ ਢਲ ਕੇ ਥੋੜ੍ਹੋ ਗੱਲਾਂ ਹੁੰਦੀਆਂ ਨੇ, ਫਿਰ ਤਾਂ ਰਾਜਨੀਤਿਕ ਲੋਕ ਸਹੀ ਨੇ। ਹਾਂ, ਸਿਧਾਂਤ ਤੇ ਚੱਲਣਾ ਤਾਂ ਤਲਵਾਰ ਦੀ ਧਾਰ ਤੇ ਚੱਲਣ ਬਰਾਬਰ ਹੁੰਦਾ। ਬਿਲਕੁਲ ਜੀ। ਅਗਲੀ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦੀ, ਉਹਨਾਂ ਦੇ ਉੱਤੇ ਕਹਿੰਦੇ ਮਾਣਹਾਨੀ ਦੇ ਕੇਸ ਹੋਣਗੇ ਸ਼ਰਮਾ ਜੀ। ਬਿਲਕੁਲ ਜੀ, ਕੱਲ ਅੰਤਰਿੰਗ ਕਮੇਟੀ ਦੀ ਬੈਠਕ 'ਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ 2 ਪ੍ਰੈਸ ਕਾਨਫਰੰਸਾਂ ਦਾ 2 ਜ਼ਿਕਰ ਦਾ ਮਾਮਲਾ ਆਇਆ। ਇੱਕ ਗੁਰਦੁਆਰਾ ਭੱਠਾ ਸਾਹਿਬ ਨੂੰ ਲੈ ਕੇ, ਇੱਕ ਗੁਰਦੁਆਰਾ ਅੰਬ ਸਾਹਿਬ ਨੂੰ ਲੈ ਕੇ। ਇੱਕ ਮਾਮਲਾ ਤਾਂ ਗੁਰਦੁਆਰਾ ਅੰਬ ਸਾਹਿਬ ਦਾ ਚੱਲੇ ਰਿਹਾ ਜੀ ਕਿ ਮੈਨੇਜਰ ਨੇ ਕਾਗਜ਼ ਪੱਤਰ ਇੱਧਰ ਉੱਧਰ ਕਰਕੇ ਕੋਈ ਜ਼ਮੀਨ ਵੇਚਤੀ। ਉਹ ਮਾਮਲਾ ਤਾਂ ਅਦਾਲਤਾਂ 'ਚ ਹੈਗਾ ਹੀ ਹੈ, ਪੰਜਾਬ ਸਰਕਾਰ ਵੀ ਆਪਣੇ ਹਿਸਾਬ ਨਾਲ ਪੈਰਵੀ ਕਰ ਰਹੀ ਹੈ, SGPC ਵੀ ਕਰ ਰਹੀ ਹੈ, ਪਰ ਕੁਝ ਜ਼ਮੀਨਾਂ ਇਹਨਾਂ ਦੀਆਂ ਗਵਾਂਡਾਂ 'ਚ ਆਈਆਂ, ਉਹਨੂੰ ਲੈ ਕੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਖੜੇ ਕੀਤੇ ਸੀ ਜੀ। ਤੇ ਉਸ ਤੇ ਕਹਿ ਰਹੇ ਨੇ ਜੀ ਕਿ ਸਾਰਾ ਕੁਝ ਕਾਨੂੰਨੀ ਤੌਰ ਤੇ, ਦਸਤਾਵੇਜ਼ੀ ਤੌਰ ਤੇ ਸਹੀ ਹੋਇਆ ਹੈ, ਜਾਣ ਕੇ SGPC ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਇਹ ਜਾਣਬੁੱਝ ਕੇ ਗਿਆਨੀ ਹਰਪ੍ਰੀਤ ਸਿੰਘ ਸਿਆਸਤ ਕਰ ਰਹੇ ਨੇ। ਇਸੇ ਤਰ੍ਹਾਂ ਗੁਰਦੁਆਰਾ ਭੱਠਾ ਸਾਹਿਬ ਦੀ ਜ਼ਮੀਨ ਦੇ ਮਾਮਲੇ 'ਚ ਵੀ ਧਾਮੀ ਹੋਰਾਂ ਨੇ ਆਪਣੀ ਸਫਾਈ ਦਿੱਤੀ ਕਿ ਨਹੀਂ, ਅਜਿਹਾ ਕੁਝ ਨਹੀਂ ਜੋ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਹੁਣ ਧਾਰਮਿਕ ਸ਼ਖਸੀਅਤ ਨਹੀਂ ਹੈਗੇ ਜੀ, ਉਹਨਾਂ ਦਾ ਪਿਛੋਕੜ ਧਾਰਮਿਕ, ਉਹਨਾਂ ਰਾਜਨੀਤਿਕ ਵਿਅਕਤੀ ਨੇ, ਰਾਜਨੀਤਿਕ ਪਾਰਟੀ ਦੇ ਮੁਖੀ ਨੇ, ਤੇ ਇਸ ਲਈ ਉਹਨਾਂ ਦਾ ਫਿਰ ਪਲਟਵਾਰ ਰਾਜਨੀਤਿਕ ਤਰੀਕੇ ਕਰਨ ਵਾਲੇ ਆਉਂਦਾ ਹੈ। ਕਿਉਂਕਿ ਜਦੋਂ SGPC ਨੇ ਅੰਤਰਿੰਗ ਕਮੇਟੀ ਦੀ ਬੈਠਕ ਤੋਂ ਬਾਅਦ 2 ਮਾਮਲਿਆਂ ਦਾ ਹਵਾਲਾ ਦੇ ਕੇ ਕਿਹਾ ਜੀ ਕਿ ਜੀ ਜਾਂ ਤਾਂ ਉਹ ਮਾਫੀ ਮੰਗ ਲੈਣ ਤੁਰੰਤ, ਨਹੀਂ ਤਾਂ ਫਿਰ ਅਸੀਂ 2 ਗੁਰੂ ਘਰਾਂ ਦੇ ਮੈਨੇਜਰਾਂ ਨੂੰ ਕਹਾਂਗੇ ਕਿ ਉਹ ਮਾਣਹਾਨੀ ਦਾ ਕੇਸ ਕਰ। ਠੀਕ ਹੈ, ਤੇ ਉਹ ਕਹਿੰਦੇ ਵੀ ਠੀਕ ਹੈ, ਫਿਰ ਮੈਂ ਹਰ ਗੁਰੂ ਘਰ ਦੇ ਵਿੱਚ ਜੋ ਚੱਲ ਰਿਹਾ ਰੋਜ਼ ਖੋਲਦਿਆ ਕਰੂੰਗਾ, ਰੋਜ਼ ਮਾਣਹਾਨੀ ਦਾ ਕੇਸ ਪਾ ਦਿਆ ਕਰੋ। ਮਤਲਬ ਇੱਕ ਤਰ੍ਹਾਂ ਉਹਨਾਂ ਨੇ ਰਾਜਨੀਤਿਕ ਤੌਰ ਤੇ ਆਪਣੇ ਮਨ ਨੂੰ ਮਜ਼ਬੂਤ ਦਿਖਾਇਆ ਕਿ ਮੈਂ ਸੱਚ ਕਹਿ ਰਿਹਾ, ਕਿਉਂਕਿ ਇਹ ਫੈਸਲਾ ਉਸ ਤਰੀਕੇ ਨਾਲ ਲੈਣਾ ਕਿ ਫਿਰ ਤਾਂ ਬਹੁਤ ਕੁਛ ਹੈ ਜੀ, ਰੋਜ਼ ਕੇਸ ਕਰਦੇ ਰਹੋ। ਹੁਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸਪਸ਼ਟ ਦਿਖਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਹਟਾਇਆ ਗਿਆ ਸੀ ਤਦ ਵੀ ਉਹ ਬਦਲਾਖੋਰੀ ਵਾਲੀ ਭਾਵਨਾ ਚ ਝਲਕਦੀ ਸੀ ਜੀ, ਕਿਉਂਕਿ ਤਦ ਵੀ ਇਹ ਸਵਾਲ ਆਇਆ ਸੀ ਕਿ ਜੇ ਉਹਨਾਂ ਤੇ ਇੰਨੇ ਦੋਸ਼ ਗੰਭੀਰ ਨੇ ਤਾਂ ਉਹ ਜਥੇਦਾਰ ਕਿਉਂ ਲਾਏ, ਜੋ ਇੰਨੇ ਗੰਭੀਰ ਮਾਮਲਿਆਂ ਚ ਘਿਰੇ ਸੀ ਤਾਂ ਜਥੇਦਾਰ ਕਿਉਂ ਲਾਏ ਗਏ। ਤੇ ਜਦੋਂ 2 ਦਸੰਬਰ ਵਾਲੇ ਫੈਸਲੇ ਆ ਗਏ ਤੇ ਉਹਨਾਂ ਚ ਕੁਝ ਫੈਸਲੇ ਤੁਹਾਨੂੰ ਪ੍ਰਵਾਨ ਨਹੀਂ ਹੈ ਨਾ, ਤੁਹਾਡੀ ਬਾਦਲ ਦਲ ਦੀ ਜੁੰਡੀ ਨੂੰ ਲੱਗਿਆ ਕਿ ਤਾਂ ਸਾਨੂੰ ਨੁਕਸਾਨ ਪਹੁੰਚਾਉਣਗੇ, ਫਿਰ ਤੁਸੀਂ ਪਰੇ ਕਰ ਲਿਓ, ਦੋਸ਼ਾਂ ਨੂੰ ਸਾਹਮਣੇ ਲਿਆਏ। ਤੋ ਇਸ ਲਈ ਉਸ ਤੋਂ ਬਾਅਦ ਇਹ ਰਾਜਨੀਤਿਕ ਵਰਤਾਰਾ ਆਪਾਂ ਦੇਖਿਆ ਕਿ ਜਦੋਂ ਪ੍ਰਧਾਨ ਬਣ ਗਏ ਸਾਰਾ ਕੁਝ, ਹੁਣ ਉਹ ਇੱਕ ਧਿਰ ਨੇ, ਉਹ ਤਕੜੀ ਧਿਰ ਨੇ, ਕਮਜ਼ੋਰ ਧਿਰ ਨੇ, ਵੋਟ ਰਾਜਨੀਤੀ ਦੇ ਵਿੱਚ ਵੋਟਾਂ ਨਾਲ ਫੈਸਲਾ, ਇਹ ਵੱਖਰਾ ਸਵਾਲ ਹੈ ਨਾ। ਸੁਖਬੀਰ ਸਿੰਘ ਬਾਦਲ ਆਪਣੇ ਤਰੀਕੇ ਨਾਲ ਅੱਗੇ ਵੱਧ ਗਏ ਨੇ, ਆਪੇ ਪ੍ਰਧਾਨ ਮੁੜ ਕੇ ਥਾਪ ਲਿਆ ਗਿਆ, ਉਹ ਸਾਰੀ ਕਵਾਇਦ ਹੈ ਜੀ। ਪਰ ਉਹਦੇ ਵਿਚਾਲੇ ਇੱਕ ਨਾ ਇੱਕ ਤਾਂ ਗੱਲ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਦਾ ਕੋਈ ਵੀ ਫੈਸਲਾ ਬਾਦਲ ਧਿਰ ਦੀ ਨਜ਼ਰ ਤਾਂ ਖਿੱਚਦਾ ਹੈ ਜੇ ਵੀ। ਸਹੀ ਹੈ। ਇਸੇ ਲਈ ਤੁਸੀਂ ਉਹਨਾਂ ਦੀ ਟਿੱਪਣੀ ਨੂੰ, ਉਹਦੇ ਨਾਲੋਂ ਵੱਧ ਤਾਂ ਕਦੇ ਰਵਨੀਤ ਬਿੱਟੂ ਬੋਲ ਪਿਆ, ਕਦੇ ਹੋਰ ਪਾਰਟੀ ਲੀਡਰ ਬੋਲ ਪਿਆ, ਉਹਨਾਂ ਦੇ ਕਿੰਨੇ ਮਾਣਹਾਨੀ ਦੇ ਕੇਸ ਕਰ ਦਿਓ। ਸਹੀ ਹੈ, ਬਿਲਕੁਲ। ਇਹਨਾਂ ਨਾਲੋਂ ਘਟੀਆ ਸ਼ਬਦ, ਘਟੀਆ ਬੋਲੀ, ਮਤਲਬ ਕੱਲ ਰਵਨੀਤ ਸਿੰਘ ਬਿੱਟੂ ਤਾਂ ਸਿੱਧਾ ਕਹਿ ਰਿਹਾ ਸੀਗਾ ਵੀ ਕਿ ਚਿੱਟੇ ਦੀ ਹੱਟੀ ਇਹਨਾਂ ਨੇ ਖੋਲੀ ਵੀ ਹੈ, ਚਿੱਟਾ ਇਹ ਲੈ ਕੇ ਆਏ ਨੇ, ਹੈਨਾ, ਕਰੋ ਮਾਣਹਾਨੀ ਦਾ ਕੇਸ ਉਹਤੇ, ਹੈਨਾ। ਉਹ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਬਈ ਮਤਲਬ ਕਿ ਇਹਨਾਂ ਨੇ ਬੇਅਦਬੀਆਂ ਕਰਾਈਆਂ ਨੇ। ਸਹੀ ਹੈ, ਸਹੀ ਹੈ, ਬਿਲਕੁਲ। ਨਹੀਂ, ਗੱਲ ਇਹ ਹੁੰਦੀ ਹੈ ਕਿ ਇਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ ਨੇ, ਉਹ ਸਿੱਧਾ ਕਹਿ ਰਿਹਾ, ਕਿਉਂਕਿ ਉਹ ਅਦਾਲਤ ਫੈਸਲਾ ਕਰੂਗੀ ਕਿ ਦੋਸ਼ੀ ਹੈਗੇ ਕਿ ਨਹੀਂ ਹੈਗੇ, ਤੇ ਪਰ ਬਿੱਟੂ ਸਿੱਧਾ ਕਹਿ ਰਿਹਾ ਫਿਰ ਕਰੋ ਮਾਣਹਾਨੀ ਦਾ ਕੇਸ ਉਹਦੇ ਤੇ। ਬਿਲਕੁਲ। ਤੇ ਇਹਦਾ ਮਤਲਬ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਚੋਭਾਂ ਤੁਹਾਡੇ ਚੁਭ ਰਹੀਆਂ ਨੇ,
ਤੇ ਬਿੱਟੂ ਦੇ ਬੋਲਣ ਤੁਸੀਂ ਕਹਿੰਦੇ ਹੋ ਜੀ ਇਹਦੇ ਪਰਵਾਹ ਨਾ ਕਰੋ ਜੀ, ਇਹਦੀ ਅਣਦੇਖੀ ਕਰ ਦਿਓ ਜੀ। ਪ੍ਰੈਸ ਕਾਨਫਰੰਸ ਕੀਤੀ ਅਕਾਲੀ ਦਲ ਨੇ ਕਿ ਅਣਦੇਖੀ ਕਰ ਦਿਓ ਜੀ, ਇਹ ਨਵਾਂ ਭਾਜਪਾ ਹੀ ਬਣਿਆ, ਇਸ ਲਈ ਜ਼ਿਆਦਾ ਚੀਕਾਂ ਮਾਰਦਾ। ਅੱਛਾ, ਕਿਉਂਕਿ ਤੁਸੀਂ ਵੀ ਭਾਜਪਾ ਦੇ ਖਿਲਾਫ ਖੁੱਲ ਕੇ ਬੋਲਣ ਦੀ ਹਿੰਮਤ ਨਹੀਂ ਕਰ ਪਾ ਰਹੇ, ਚਾਹੁੰਦੇ ਨਹੀਂ ਬੋਲਣਾ, ਤੇ ਪਤਾ ਨਹੀਂ ਕਦੋਂ ਕਿਹਨੂੰ ਜੱਫੀ ਪਾਉਣੀ ਪੈ ਜਾਵੇ। ਇਹ ਸਾਰੇ ਅਕਾਲੀ ਦਲਾਂ ਦੀ ਦੁਵਿਧਾ ਇਹੀ ਹੈ। ਸਹੀ ਗੱਲ। ਤੋ ਇਸ ਸਥਿਤੀ ਦੇ ਵਿੱਚ ਜਦੋਂ ਫਸੇ ਹੋਵੋ ਫਿਰ ਤੁਸੀਂ ਟਕਰਾਅ 'ਚ ਪੈਂਦੇ ਹੋ। ਇਹ ਟਕਰਾਅ ਵਿਅਕਤੀਆਂ ਲਈ, ਮੈਂਬਰਾਂ ਲਈ, ਅਹੁਦੇਦਾਰਾਂ ਲਈ ਹੋਵੇ ਨੁਕਸਾਨਦੇਹ ਜਾਂ ਫਾਇਦੇਮੰਦ ਇਹ ਵੱਖਰਾ ਸਵਾਲ ਹੈ, ਪਰ ਇਹ ਪੰਜਾਬ ਲਈ, SGPC ਲਈ, ਸਿੱਖ ਸਿਧਾਂਤਾਂ ਲਈ, ਅਕਾਲੀ ਦਲ ਲਈ, ਖੇਤਰੀ ਪਾਰਟੀ ਲਈ, ਪੰਥ ਲਈ ਬਹੁਤ ਖਤਰਨਾਕ ਹੈ। ਜੀ, ਪੰਜਾਬ ਚਾਹੁੰਦਾ ਹੈ ਵੀ ਲੀਡਰ ਕੋਈ ਹੋਵੇ ਅੜ ਕੇ ਗੱਲ ਕਰਨ ਵਾਲਾ, ਜਿਵੇਂ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸ਼ਰਮਾ ਜੀ ਖਬਰਾਂ ਦੇ ਵਿੱਚ, ਕਿ ਕਿਹੋ ਜਿਹਾ ਲੀਡਰ ਚਾਹੁੰਦਾ ਪੰਜਾਬ। ਪੰਜਾਬ ਦੇ ਲੀਡਰ ਚਾਹੁੰਦੇ ਆ ਪੰਜਾਬ ਨੂੰ, ਪਰ ਅੜ ਕੇ ਨਹੀਂ ਗੱਲ ਕਰਨੀ, ਉਹ ਉਧਰ ਨੂੰ ਉਲਾਰਵਾਦੀ ਹੋ ਕੇ ਗੱਲ ਕਰਨੀ ਚਾਹੁੰਦੇ ਆ, ਉਹਨਾਂ ਦੇ ਨਾਲ ਵਿਗਾੜਨੀ ਨਹੀਂ ਚਾਹੁੰਦੇ ਅਸਲ ਦੇ ਵਿੱਚ, ਜਿਹੜੇ ਪੰਜਾਬ ਨਾਲ ਪਹਿਲਾਂ ਹੀ ਵਿਗਾੜੀ ਬੈਠੇ ਆ। ਅਗਲੀ ਗੱਲ ਕਰੀਏ ਮੁਫਤਖੋਰੀ ਦੀ। ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਤੇ ਉਸ ਟਿੱਪਣੀ ਨੂੰ ਲੋਕਾਂ ਵੱਲੋਂ ਖਾਸਾ ਸ਼ੇਅਰ ਕੀਤਾ ਜਾ ਰਿਹਾ, ਲੋਕਾਂ ਵੱਲੋਂ ਖਾਸਾ ਸਾਂਝਾ ਕੀਤਾ ਜਾ ਰਿਹਾ। ਸ਼ਰਮਾ ਜੀ, ਉਸ ਟਿੱਪਣੀ ਦੇ ਵਿੱਚ ਉਹਨਾਂ ਨੇ ਮੁਫਤਖੋਰੀ ਦੀ ਗੱਲ ਕੀਤੀ ਹੈ ਕਿ ਮੁਫਤਖੋਰੀ ਤੇ ਸੁਪਰੀਮ ਕੋਰਟ ਰੋਕਾਂ ਵੀ ਲਾ ਸਕਦੀ ਹੈ, ਜਦਕਿ ਮੁਫਤਖੋਰੀ ਆਪਾਂ ਨੂੰ ਪਤਾ ਕਿ ਇੱਕ ਬਹੁਤ ਵੱਡਾ ਵੋਟ ਤੰਤਰ ਬਣ ਚੁੱਕਿਆ ਜੀ। ਇਹ ਬਹੁਤ ਗੰਭੀਰ ਮਸਲਾ ਹੈ ਜੀ, ਔਰ ਇਹ ਲਗਭਗ ਵਰਤਾਰਾ ਆਪਾਂ ਦੁਨੀਆ ਭਰ 'ਚ ਦੇਖਣ ਲੱਗੇ ਹਾਂ। ਜੀ ਜੀ, ਬਿਲਕੁਲ। ਪਰ ਆਪਾਂ ਜੇ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਇਹਨੂੰ ਵੋਟ ਬੈਂਕ ਪੱਕਾ ਕਰਨ ਦੀ ਕਵਾਇਦ ਵਜੋਂ ਦੇਖਿਆ ਜਾਂਦਾ ਹੈ ਕਿ ਤੁਸੀਂ ਮੁਫਤ ਯੋਜਨਾ ਐਲਾਨੋ ਤੇ ਵੋਟਾਂ ਪੱਕੀਆਂ ਕਰੋ। ਹੁਣ ਬਿਜਲੀ ਵਾਲੇ ਮਾਮਲੇ ਦੇ ਵਿੱਚ ਜੇ ਆਪਾਂ ਪੰਜਾਬ ਦੇ ਹਵਾਲੇ ਨਾਲ ਦੇਖੀਏ, 300 ਯੂਨਿਟ ਬਿਜਲੀ ਮਾਫ ਹੈ ਤੇ ਉਹ ਉਹਨਾਂ ਨੂੰ ਵੀ ਹੈ ਜਿਨ੍ਹਾਂ ਦੇ ਘਰੇ 5-5 ਲੱਖ, 10-10 ਲੱਖ, 20-20 ਲੱਖ, 1 ਕਰੋੜ ਮਹੀਨੇ ਦਾ ਡਿੱਗਦਾ ਜੀ। ਸਹੀ ਹੈ ਨਾ, ਤੇ ਉਹਨਾਂ ਨੂੰ ਵੀ ਮਾਫ ਹੈ। ਤੇ ਮਾਫ ਉਹਨਾਂ ਨੂੰ ਵੀ ਹੈ ਜਿਨ੍ਹਾਂ ਦੇ ਘਰੇ 2000 ਵੀ ਮਹੀਨੇ ਦਾ ਨਹੀਂ ਆ ਰਿਹਾ। ਸਹੀ ਗੱਲ। ਸੋ ਇਸ ਲਈ ਉਹ 2000 ਜਿਹਦੇ ਘਰੇ ਨਹੀਂ ਆ ਰਿਹਾ, ਉਹਨੂੰ ਰੁਜ਼ਗਾਰ ਦੀ ਲੋੜ ਹੈ ਕਿ ਇਕੱਲੀ ਬਿਜਲੀ ਮਾਫੀ ਨਾਲ ਉਹਦਾ ਘਰ ਭਰਦਾ? ਬਿਲਕੁਲ। ਉਹਦਾ ਆਰਥਿਕ ਸਰਕਲ ਮਜ਼ਬੂਤ ਕਰਨ ਦੀ ਲੋੜ ਹੈ ਕਿ ਇਕੱਲੀ ਮੁਫਤ ਸਕੀਮ ਦੇ ਕੇ ਉਹਨੂੰ ਹੋਰ ਵਿਹਲਾ ਕਰਨ ਦੀ ਕਵਾਇਦ ਕਿ ਜਿਹੜਾ ਮਾੜਾ ਮਾੜਾ ਦਿਹਾੜੀ ਦੱਪਾ ਕਰਦਾ ਉਹ ਵੀ ਨਾ ਕਰ, ਕੋਈ ਨਾ, ਤੇਰੀ ਗੈਸ ਵੀ ਫ੍ਰੀ ਕਰਤੀ ਹੈ ਨਾ, ਤੇਰੀ ਬਿਜਲੀ ਵੀ ਮੁਫਤ ਹੈ, ਤੈਨੂੰ ਆਟਾ ਦਾਲ ਵੀ ਖਾਣ ਜੋਗਾ ਦੇ ਦਾਂਗੇ, ਨਾ ਮਰਨ ਦਿਆਂਗੇ ਨਾ ਜਿਉਣ ਦਿਆਂਗੇ, ਬਸ ਇੰਨਾ ਖਾਈ ਜਾ ਤੇ ਤੁਰਿਆ ਰਹਿ। ਬਿਲਕੁਲ। ਤੋ ਇਹ ਸਥਿਤੀ ਤੇ ਗੰਭੀਰ ਟਿੱਪਣੀ ਮਾਨਯੋਗ ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਕੀਤੀ, ਜਿਸ 'ਚ ਅਗਵਾਈ ਖੁਦ ਚੀਫ ਜਸਟਿਸ ਸੂਰਿਆਕਾਂਤ ਕਰ ਰਹੇ ਸੀ। ਠੀਕ ਹੈ ਜੀ। ਉਹਨਾਂ ਨੇ ਕਿਹਾ ਵੀ ਕਿ ਬਿਜਲੀ ਮੁਫਤ ਦੇ ਕੇ, ਪਾਣੀ ਮੁਫਤ ਦੇ ਕੇ, ਰਾਸ਼ਨ ਮੁਫਤ ਦੇ ਕੇ, ਗੈਸ ਮੁਫਤ ਦੇ ਕੇ ਤੁਸੀਂ ਬੰਦਿਆਂ ਨੂੰ ਬਣਾ ਕੀ ਰਹੇ ਹੋ? ਕੰਮ ਤੋਂ ਛੁਟਕਾਰਾ ਦਿਵਾ ਰਹੇ ਹੋ ਉਹਨਾਂ ਨੂੰ ਬੇਲੜ ਬਣਾ ਰਹੇ ਹੋ, ਉਹਨਾਂ ਨੂੰ ਮੁਫਤਖੋਰ ਬਣਾ ਰਹੇ ਹੋ। ਅਸਲ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਉੱਥੋਂ ਦੀ ਜਿਹੜੀ ਪਾਵਰਕੌਮ ਹੈ ਉਹ ਅਦਾਲਤ ਗਈ ਹੈ। ਠੀਕ ਹੈ ਜੀ। ਇਹ ਜੀ ਸਾਡਾ ਪੱਠਾ ਬੈਠ ਗਿਆ ਆ ਮੁਫਤ ਦੀ ਸਕੀਮ ਨੇ। ਹੋ ਸਕਦਾ ਕਿ ਉੱਥੇ ਕੇਂਦਰ ਦਾ ਥਾਪੜਾ ਹੋਵੇ ਪਾਵਰਕੌਮ ਨੂੰ, ਤਾਂ ਚਲੀ ਗਈ। ਹਾਲ ਤਾਂ ਸਾਰੇ ਸੂਬਿਆਂ 'ਚ ਇਸੇ ਤਰ੍ਹਾਂ ਦਾ ਹੀ ਹੈ। ਦਿੱਲੀ 'ਚ ਵੀ ਤਾਂ ਇਹੀ ਬੀਜੇਪੀ ਦੀ ਸਰਕਾਰ ਆ ਹੁਣ, ਜਿਹਨੇ 200 ਵੀ ਮਾਫ ਕੀਤੇ ਹੋਏ ਨੇ। ਪਹਿਲਾਂ ਉਹੀ 200 ਯੂਨਿਟ ਮਾਫ ਸੀਗੇ ਕੇਜਰੀਵਾਲ ਨੇ ਕੀਤੇ ਹੋਏ, ਹੈ ਨਾ। ਉਹੀ ਪੰਜਾਬ 'ਚ 300 ਯੂਨਿਟ ਲਿਆਏ ਤੇ ਹੁਣ ਅਗਲੀ ਵਾਰ ਜਿਹੜੇ ਸੱਤਾ ਜਾਣਾ ਚਾਹਣਗੇ ਹੋ ਸਕਦਾ 350 400 ਯੂਨਿਟ ਵੀ ਕਹਿਣ। ਉਹ ਤਾਂ ਜੀ ਸਹੀ ਹੈ। ਜਾਣਾ ਕਿੱਧਰ ਨੂੰ ਹੈ? ਸੋ ਕੁੱਲ ਮਿਲਾ ਕੇ ਇਹ ਸਥਿਤੀ ਲਗਭਗ ਹਰ ਸੂਬੇ ਦੇ ਵਿੱਚ ਹੈ। ਕਿਤੇ 100 ਯੂਨਿਟ, ਕਿਤੇ 125 ਯੂਨਿਟ, ਕਿਤੇ 150 ਯੂਨਿਟ, ਕਿਤੇ ਬੀਬੀਆਂ ਦੇ ਖਾਤੇ 'ਚ ਪੈਸੇ, ਕਿਤੇ ਬੀਬੀਆਂ ਨੂੰ ਮੁਫਤ ਸਫ਼ਰ, ਹੈ ਨਾ, ਦਿੱਲੀ ਤੋਂ ਲੈ ਕੇ ਪੰਜਾਬ ਤੱਕ ਮੁਫਤ ਸਫ਼ਰ ਹੈਗਾ। ਸੋ ਇਸ ਲਈ ਇਹ ਸਾਰੀ ਮੁਫਤਖੋਰੀ ਦੀਆਂ ਸਕੀਮਾਂ ਕੇਂਦਰ ਦੀ, ਮਤਲਬ ਉਹ ਕਹਿੰਦੇ ਗਰੀਬੀ 'ਚੋਂ ਅਸੀਂ ਕੱਢ ਰਹੇ ਹਾਂ ਮੁਲਕ ਨੂੰ, ਤੇ ਉਹ ਗਰੀਬਾਂ ਦੀ ਗਿਣਤੀ ਆਟਾ ਦਾਲ ਲੈਣ ਦੇ ਮਾਮਲੇ 'ਚ ਵਧੀ ਜਾਂਦੀ ਹੈ। ਵੋਟ ਬੈਂਕ ਪੱਕਾ ਕਰਨ ਦੀ ਕਵਾਇਦ ਹੈ। ਸਹੀ ਹੈ। ਇਹ ਸਾਰੇ ਮਸਲਿਆਂ ਤੇ ਮਾਨਯੋਗ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਵੀ ਕਿ ਤੁਸੀਂ ਕੀ ਵੋਟਾਂ ਪੱਕੀਆਂ ਕਰਨ ਲਈ ਸਾਰਾ ਕੁਝ ਕਰ ਰਹੇ ਹੋ? ਕੀ ਤੁਹਾਨੂੰ ਚੋਣਾਂ ਦੇ ਨੇੜੇ ਜਾ ਕੇ ਮੁਫਤ ਵਾਲੀਆਂ ਸਕੀਮਾਂ ਦੀ ਚੇਤੇ ਆਉਂਦੀ ਹੈ? ਕੀ ਤੁਸੀਂ ਭਾਰਤੀ ਸੱਭਿਆਚਾਰ ਅਨੁਸਾਰ ਲੋਕਾਂ ਨੂੰ ਮਾਣ ਸਨਮਾਨ ਨਾਲ ਜ਼ਿੰਦਗੀ ਜਿਉਣ ਦਾ ਹੱਕ ਦੇਣ ਦੇ ਧਾਰਨੀ ਨਹੀਂ ਹੈਗੀ? ਸੋ ਕਾਫੀ ਗੰਭੀਰ, ਕਾਫੀ ਅਰਥ ਭਰਪੂਰ ਟਿੱਪਣੀਆਂ ਨੇ ਜੀ। ਔਰ ਮੈਨੂੰ ਲੱਗਦਾ ਕਿ ਇਹ ਮਾਤਰ ਟਿੱਪਣੀਆਂ ਨਾ ਰਹਿਣ, ਫੈਸਲੇ ਰੂਪ ਚ ਆਉਣ। ਮਾਨਯੋਗ ਸੁਪਰੀਮ ਕੋਰਟ ਫੈਸਲਾ ਸੁਣਾ ਸਕਦੀ ਹੈ ਕਿ ਕੋਈ ਵੀ ਮੁਫਤਖੋਰੀ ਵਾਲੀ। ਔਰ ਮੈਨੂੰ ਇਹ ਵੀ ਲੱਗਦਾ ਹੈ ਮਤਲਬ ਕਿ ਪ੍ਰਵੀਨ ਜੀ, ਕਿ ਅੱਜ ਨਹੀਂ ਤਾਂ ਕੱਲ ਨੂੰ ਰਾਜਨੀਤਿਕ ਪਾਰਟੀਆਂ ਨੂੰ ਗੁਪਤ ਮੀਟਿੰਗ ਕਰਕੇ ਫੈਸਲਾ ਲੈਣਾ ਪੈਣਾ। ਨਹੀਂ ਉਹਨਾਂ ਦੇ ਹੱਥੋਂ ਸਾਰੀ ਗੇਮ ਨਿਕਲ ਜਾਣੀ। ਕਿੱਥੇ ਤੱਕ ਜਾਓਗੇ ਜੀ? ਮਤਲਬ ਇਹ ਬੇਸ਼ਰਮੀ ਦੀ ਹੱਦ ਹੈ। ਔਰ ਸਾਡੇ ਲੋਕਾਂ ਨੂੰ ਵੀ ਇਹ ਸਮਝਣਾ ਪੈਣਾ ਕਿ ਭਰਾਵਾ ਜਿਹੜੀ ਮੁਫਤ ਚੀਜ਼ ਮਿਲ ਰਹੀ ਹੈ ਉਹ ਸਾਡੇ ਤੇ ਹੀ ਬੋਝ ਵੱਧ ਰਿਹਾ, ਸਾਡੇ ਸੂਬਿਆਂ ਤੇ ਹੀ ਕਰਜ਼ ਵੱਧ ਰਿਹਾ। ਸਹੀ ਗੱਲ ਹੈ। ਸਾਡੀ ਆਰਥਿਕ ਸਥਿਤੀ ਉਹ ਕਮਜ਼ੋਰ ਹੋ ਰਹੀ ਹੈ। 4.25 ਲੱਖ ਕਰੋੜ ਨੂੰ ਪੰਜਾਬ ਦੇ ਸਿਰ ਤੇ ਕਰਜ਼ਾ ਹੋ ਗਿਆ। ਬੱਸਾਂ ਰੋਡਵੇਜ਼ ਦੀਆਂ ਸੜਕ ਤੇ ਚੜ੍ਹਨੋਂ ਰੁਕੀ ਜਾਂਦੀਆਂ ਨੇ ਕਿਉਂਕਿ
ਜਿਹੜੀ ਖਰਾਬ ਹੁੰਦੀ ਆ ਉਹ ਖੜ ਜਾਂਦੀ ਆ ਜਾ ਕੇ, ਹੂੰ ਨਾ ਬੈਟਰੀ ਬਦਲਾ ਹੋਵੇ ਨਾ ਟਾਇਰ ਪਵਾ ਹੋਣ, ਸਹੀ ਗੱਲ ਹੈ ਬਿਲਕੁਲ। ਤੇ ਪੱਠਾ ਬੈਠੀ ਜਾਂਦਾ। ਹੂੰ ਪਾਵਰਕੌਮ ਦਾ ਹਾਲ ਇਹੀ ਹੈ ਨਾ, ਤੂੰ ਦੇ ਨਹੀਂ ਹੋ ਰਹੇ ਪੈਸੇ। ਹੂੰ ਸੋ ਇਸ ਲਈ ਅੱਜ ਨਹੀਂ ਤਾਂ ਕੱਲ ਨੂੰ ਤੁਸੀਂ ਨਾ ਇੱਥੇ ਸ਼ਹਿਰਾਂ 'ਚ ਸਬਜ਼ੀ ਮੰਡੀਆਂ ਲੱਗਦੀਆਂ ਨੇ, ਹਾਂਜੀ ਹਾਂਜੀ। ਉਹ ਸਬਜ਼ੀ ਮੰਡੀਆਂ 'ਚ 15 ਜਣੇ ਬੈਠੇ ਹੋਣਗੇ ਆਲੂ ਪਿਆਜ਼ ਲੈ ਕੇ, ਹੂੰ ਸਾਰਿਆਂ ਦਾ ਰੇਟ ਇੱਕੋ ਹੁੰਦਾ। ਜੀ ਜੀ। ਤੇ ਸ਼ਾਮ ਨੂੰ ਜਦੋਂ ਜਿਹਦੇ ਕੋਲ ਘਟ ਗਿਆ ਮਾਲ ਬੜਾ ਮੋਟਾ, ਚਲੋ ਉਹ ਅਗਲਾ ਘਟਾ ਵੱਧ ਕਰ ਲਵੇ, ਨਹੀਂ ਇੱਕੋ ਰੇਟ ਤੇ ਇੱਕੋ ਮਾਲ ਇੱਕੋ ਥਾਂ ਤੋਂ ਡਿੱਗਦਾ ਹੈ, ਇੱਕੋ ਥਾਂ ਤੋਂ ਠੇਕੇਦਾਰ ਆਉਂਦੇ ਨੇ, ਇੱਕੋ ਥਾਂ ਤੋਂ ਵਸੂਲੀ ਹੁੰਦੀ ਹੈ, ਸਾਰਾ ਕੁਝ ਇੱਕੋ ਤਰ੍ਹਾਂ ਦਾ ਕਾਰੋਬਾਰ ਹੈ ਜੀ। ਸੋ ਇਸ ਲਈ ਉਹ ਨਾ ਸਬਜ਼ੀ ਮੰਡੀ ਵਾਲਿਆਂ ਤੋਂ ਸਿੱਖ ਲੈਣ ਸਾਰੀਆਂ ਰਾਜਨੀਤਿਕ ਪਾਰਟੀਆਂ ਕਿ ਵੀ ਆਪਾਂ ਇੱਕ ਨੁਕਾਤੀ ਤਰੀਕਾ ਹੈ ਕਿ ਆਪਾਂ ਮੁਫਤ ਵਾਲੀ ਕੋਈ ਯੋਜਨਾ ਨਹੀਂ ਲਾਣੀ, ਆਹ ਯੋਜਨਾਵਾਂ ਛੱਡ ਕੇ ਬਾਕੀ ਜੋ ਮਰਜ਼ੀ ਕਰੋ। ਘੱਟੋ ਘੱਟ ਆਰਥਿਕ ਬੋਝ ਸੂਬਿਆਂ ਤੇ ਵੀ ਘਟ ਜਾਊਗਾ ਜੀ, ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਸੁੱਖ ਦਾ ਸਾਹ ਆ ਜਾਊਗਾ। ਕੇਜਰੀਵਾਲ ਨੂੰ ਮੇਰਾ ਸਿੱਧਾ ਸਵਾਲ ਸੀ ਜਦੋਂ ਪਹਿਲੀ ਵਾਰ ਗਰੰਟੀ ਲਾਣਨ ਆਏ ਸੀ ਬਿਜਲੀ ਵਾਲੀ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ, ਜੀ ਜੀ, ਮੈਂ ਕਿਹਾ ਤੁਸੀਂ ਸਾਡੇ ਹੀ ਖਜ਼ਾਨੇ ਨਾਲ ਸਾਡੀਆਂ ਵੋਟਾਂ ਖਰੀਦਣ ਆਏ, ਤੁਸੀਂ ਸਰਕਾਰੀ ਖਜ਼ਾਨੇ ਨਾਲ ਵੋਟਾਂ ਖਰੀਦਣ ਚਾਹੁੰਦੇ ਹੋ ਬਿਜਲੀ ਦੀ ਮੁਫਤ ਵਾਲੀ ਗਰੰਟੀ ਦੇ ਕੇ? ਜਵਾਬ ਨਹੀਂ ਦਿੱਤਾ, ਮੂੰਹ ਫੇਰ ਲਿਆ ਤੇ ਦੇਖਣ ਲੱਗ ਗਿਆ ਕਿ ਪੁੱਛੀਏ ਜੇ ਕੌਣ ਹੈ। ਸਹੀ ਗੱਲ ਹੈ ਬਿਲਕੁਲ। ਕਿਉਂਕਿ ਗੋਦੀ ਮੀਡੀਆ ਨੂੰ ਟਾਰਗੇਟ ਦਿੱਤਾ ਹੁੰਦਾ ਕਿ ਤੁਸੀਂ ਸਵਾਲ ਪੁੱਛਣੇ ਆ, ਸਾਡੇ ਵਰਗਾ ਜਦੋਂ ਅੜ ਜਾਂਦਾ ਫਿਰ ਔਖਾ ਹੁੰਦਾ। ਸੋ ਇਸ ਲਈ ਇਹ ਸਵਾਲ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ ਵਾਜਬ ਹੈ, ਪਰ ਇਹ ਟਿੱਪਣੀ ਔਰ ਸਵਾਲ ਨਾ ਰਹੇ, ਇਹ ਹੁਕਮ ਦੇ ਰੂਪ ਚ ਆਵੇ ਜਾਂ ਰਾਜਨੀਤਿਕ ਪਾਰਟੀ ਆਪ ਗੰਭੀਰਤਾ ਨਾਲ ਸੋਚਣ ਤਾਂ ਮੁਲਕ ਤੇ ਸੂਬਾ ਬਚ ਸਕਦਾ, ਨਹੀਂ ਅਸੀਂ ਬਹੁਤ ਔਖੇ ਦੌਰ ਚ ਜਾਣਾ ਹੈ। ਹਾਂਜੀ ਬਿਲਕੁਲ, ਤਾਂ ਹੀ ਤਾਂ ਉਹਨਾਂ ਨੇ ਹੁਣ ਪੈਟਰਨ ਨਹੀਂ ਬਦਲ ਲਿਆ, ਉਹਨਾਂ ਨੇ ਉਹ ਥਾਵਾਂ ਹੀ ਛੱਡਤੀਆਂ ਜਿੱਥੇ ਪੱਤਰਕਾਰ ਬਹਿੰਦੇ ਆ, ਉਹਨਾਂ ਨੇ ਆਪਦੀਆਂ ਥਾਵਾਂ ਬਣਾ ਲਈਆਂ, ਆਪਦੇ ਪੱਤਰਕਾਰ ਸੱਦ ਲਏ। ਹੁਣ ਆਪਦੇ ਪੱਤਰਕਾਰ ਥੋੜ੍ਹਾ ਪੁੱਛਣਗੇ ਸਵਾਲ, ਜਿਹੜਾ ਔਖਾ ਹੋਊਗਾ ਉਹ ਤਾਂ ਪ੍ਰਮੋਸ਼ਨ ਵਾਲਾ ਸਵਾਲ ਪੁੱਛਣਗੇ ਨਾ। ਇਸੇ ਕਰਕੇ ਉਹ ਸੰਸਥਾਵਾਂ ਹੀ ਖਤਮ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਸੰਸਥਾਵਾਂ ਦੇ ਵਿੱਚ ਥੋੜ੍ਹੀ ਜਿਹੀ ਔਖ ਹੈ। ਆਰਟੀ ਖਤਮ ਕਰ ਦਿਓ, ਸਵਾਲਾਂ ਦੇ ਜਵਾਬ ਨਾ ਦਿਓ, ਕਹਿ ਕੇ ਆਉਣਾ ਕਿ ਅਸੀਂ ਜੀ ਜਦੋਂ ਸੱਤਾ ਦੇ ਵਿੱਚ ਆ ਗਏ ਆਹ ਕਰਾਂਗੇ, ਰਿਫਾਰਮ ਕਰਾਂਗੇ, ਰਿਫਾਰਮ ਦੀ ਬਜਾਏ ਤੁਸੀਂ ਗਲਾ ਘੁੱਟ ਰਹੇ ਹੋ ਸਾਰੀਆਂ ਚੀਜ਼ਾਂ। ਹੁਣ ਵੀ ਤੁਸੀਂ ਨਾ ਹੁਣ ਵੀ ਕੋਈ ਵੱਡੀਆਂ ਪ੍ਰੈਸ ਕਾਨਫਰੰਸ ਦੇਖਿਓ ਜੀ, ਜਦੋਂ ਉਹਨਾਂ ਨੂੰ ਸੁਣੋਗੇ ਤਾਂ ਜਿਹੜੇ ਸਵਾਲ ਤੇ ਮੰਤਰੀ ਸੰਤਰੀ ਲੀਡਰ ਫਸ ਰਿਹਾ ਹੋਊਗਾ ਨਾ, ਇਹ ਤੋਂ ਪਹਿਲਾਂ ਕਿ ਉਹ ਸਵਾਲ ਦਾ ਉਹ ਜਵਾਬ ਦੇਵੇ ਜਾਂ ਉਹ ਉਲਝੇ, ਜਦੇ ਤੈਅ ਬੰਦਿਆਂ ਵੱਲੋਂ ਸਵਾਲ ਉਛਾਲਿਆ ਜਾਂਦਾ ਕੋਈ ਹੋਰ, ਤੇ ਧਿਆਨ ਉਧਰ ਹਾਂਜੀ ਹਾਂ ਇਹ ਨਾ ਸੁਣਿਓ ਕੀ ਕਹਿ ਰਹੇ ਨੇ ਜਾਂ ਦੇਖਿਓ ਕੀ ਹੈ, ਬਿਲਕੁਲ ਧਿਆਨ ਡਿਵਰਟ ਕਰਨ ਲਈ ਪਹਿਲਾਂ ਹੀ 5-4 ਪੱਤਰਕਾਰਾਂ ਨੂੰ ਥਾਪੜਾ ਜੇ ਸਵਾਲਾਂ ਲਈ ਦਿੱਤਾ ਹੁੰਦਾ, ਜਿਹੜਾ ਉੱਥੇ ਦਾ ਕੋਈ ਮਾਇਨੇ ਵੀ ਨਾ ਉਹ ਸਵਾਲ ਪੁੱਛ ਲਓ। ਸਹੀ ਗੱਲ ਬਿਲਕੁਲ। ਤੇ ਭਗਵੰਤ ਮਾਨ ਸਾਹਿਬ ਦੀ ਗੱਲ ਕਰ ਲਈਏ, ਹਸਪਤਾਲੋਂ ਛੁੱਟੀ ਮਿਲ ਗਈ ਹੈ ਤੇ ਕਿਲ੍ਹਾ ਰਾਏਪੁਰ ਪਹੁੰਚ ਗਏ ਆ ਜੀ। ਬਿਲਕੁਲ ਜੀ, ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਕੱਲ ਆਖਰੀ ਦਿਨ ਸੀ। ਲੰਮੀ ਜਦੋਜਹਿਦ ਤੋਂ ਬਾਅਦ, ਲੰਬੀ ਕਾਨੂੰਨੀ ਪ੍ਰਕਿਰਿਆ ਚ ਪੈਣ ਤੋਂ ਬਾਅਦ ਆਖਰ ਬੈਲ ਗੱਡੀਆਂ ਦੀਆਂ ਦੌੜਾਂ ਖੁੱਲੀਆਂ ਹੈ ਨਾ, ਬੱਚਿਆਂ ਦੀਆਂ ਦੌੜਾਂ ਹੋਈਆਂ ਤੇ ਬੜਾ ਰੋਮਾਂਚਕ ਦ੍ਰਿਸ਼ ਰਿਹਾ ਲਗਾਤਾਰ ਪਿਛਲੇ ਦਿਨਾਂ ਚੋਂ, ਕਿਉਂਕਿ ਬਾਕੀ ਥਾਵਾਂ ਤੇ ਜਦੋਂ ਪਿੰਡਾਂ ਚ ਜਿਵੇਂ ਬੈਲ ਗੱਡੀਆਂ ਦੌੜਾਂ ਹੁੰਦੀਆਂ ਸੀ ਜਾਂ ਹੁਣ ਹੋਣਗੀਆਂ ਤਾਂ ਉਹ ਐਂ ਹੁੰਦਾ ਕਿ ਇੱਕ ਬੱਚਾ ਭਜਾਉਂਦੇ ਨੇ, ਮਤਲਬ ਸੂਏ ਦੇ ਕੰਢੇ ਭਜਾ ਲਿਆ ਜਾਂ ਕਿਤੇ ਭਜਾ ਲਿਆ ਹੈ ਨਾ, ਫਿਰ ਬਾਅਦ ਚੋਂ ਟਾਈਮ ਨੋਟ ਕਰਕੇ ਕੱਢਦੇ ਕਿ ਆਹ ਫਸਟ ਹੈ ਨਾ। ਇੱਥੇ ਉਹ ਜਿਵੇਂ ਆਮ ਰੇਸਾਂ ਹੁੰਦੀਆਂ ਨੇ, ਮਤਲਬ ਉਵੇਂ ਰੇਸਾਂ ਹੁੰਦੀਆਂ ਨੇ ਕਿ ਇਕੱਠੇ 8-8 10-10 ਜੋੜੀਆਂ ਭੱਜ ਰਹੀਆਂ ਨੇ, ਉਹਨਾਂ ਚੋਂ ਜਿਹੜਾ ਮੂਹਰੇ ਆ ਗਿਆ ਫਿਰ ਉਹ ਇੱਕ ਰਾਊਂਡ ਕਲੀਅਰ, ਫਿਰ ਅਗਲੀਆਂ ਜੋੜੀਆਂ ਚੋਂ ਫਿਰ ਜਿਹੜੇ ਉਹਨਾਂ ਚੋਂ ਫਸਟ ਸੈਕਿੰਡ ਆ ਗਏ ਫਿਰ ਉਹਨਾਂ ਦੀ ਦੁਬਾਰਾ, ਏਦਾਂ ਪੂਰਾ ਸੈਮੀਫਾਈਨਲ ਫਾਈਨਲ ਤੱਕ ਮੁਕਾਬਲਾ ਜਾਂਦਾ ਹੈ ਨਾ। ਸੋ ਇਸ ਲਈ ਬੜਾ ਰੋਮਾਂਚਕਾਰੀ ਹੁੰਦਾ ਉੱਥੇ ਉਹ ਦੇਖਣਾ, ਤੇ ਉਹ ਇਸ ਵਾਰ ਲੰਮੇ ਸਮੇਂ ਬਾਅਦ ਦੁਬਾਰਾ ਖੁੱਲੀਆਂ ਸੀਗੀਆਂ ਅਦਾਲਤੀ ਪ੍ਰਕਿਰਿਆ ਚ, ਤੇ ਉਹ ਇਸ ਲਈ ਲੋਕਾਂ ਦੀ ਖਿੱਚ ਹੈਗੀ ਸੀ ਉਹਦੇ ਵੱਲ। ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁਖੀ ਨੇ ਇਸ ਸਮੇਂ, ਤੇ ਉਹਨਾਂ ਨੂੰ ਸੱਦਾ ਸੀਗਾ ਉਹਨਾਂ ਵੱਲੋਂ, ਤੇ ਉਹਨਾਂ ਨੇ ਆਪਣੀ ਪਿੱਠ ਵੀ ਥਾਪੜੀ ਕਿ ਜੀ ਕਿਉਂਕਿ ਜਿਹਦੇ ਰਾਹ ਚ ਹੋ ਜਾਵੇ ਫਿਰ ਅਗਲਾ ਤਾਂ ਹੀ ਚਾਹੁੰਦਾ ਕਿ ਸਾਰਾ ਕੁਝ ਅਸੀਂ ਉਹ ਕਰਾਇਆ। ਸਹੀ ਗੱਲ। ਸੋ ਉਹਨਾਂ ਨੇ ਇਹ ਵੀ ਪ੍ਰਗਟਾਵਾ ਕਰਨਾ ਹੁੰਦਾ, ਚਲੋ ਕੁਝ ਐਲਾਨ ਕੀਤੇ ਉਸ ਇਲਾਕੇ ਲਈ, ਤੇ ਇਹ ਚੰਗੀ ਗੱਲ ਸੀ ਕਿ ਕੱਲ ਮੁੱਖ ਮੰਤਰੀ ਹੋਰਾਂ ਨੇ ਖਾਸੇ ਕਾਗਜ਼ ਪੱਤਰ ਹੱਥ 'ਚ ਫੜੇ ਹੋਏ ਸੀ, ਉਹਦੇ ਹਿਸਾਬ ਨਾਲ ਯੋਜਨਾਵਾਂ ਦੀ ਗੱਲਬਾਤ ਕਰ ਰਹੇ ਸੀ। ਹੁਣ ਖਾਸਾ ਕੁਝ ਕਾਗਜ਼ ਤੋਂ ਪੜ੍ਹ ਕੇ ਬੋਲਣ ਲੱਗ ਪਏ ਵੈਸੇ। ਹੁਣ ਇਹ ਨਹੀਂ ਪਤਾ ਕਿ ਕੇਜਰੀਵਾਲ ਅੰਕਲ ਸਕ੍ਰਿਪਟ ਦਿੰਦੇ ਆ ਕਿ ਜਾਂ ਹੈ ਨਾ ਆਪਣੇ ਆਪੇ ਦਰੁਸਤ ਕਰਨਾ ਚਾਹੁੰਦੇ ਆ ਕਿ ਨਹੀਂ ਮੈਂ ਕੁਝ ਪੁੱਠਾ ਸਿੱਧਾ ਨਾ ਬੋਲਾਂ। ਔਰ ਚੰਗੀ ਗੱਲ ਕੀਤੀ ਗੱਲ ਉਹਨਾਂ ਨੇ ਜਦੋਂ ਇਹ ਕਿਹਾ ਕਿ ਇੱਥੇ ਖੇਡ ਮੈਦਾਨ ਸਾਰਿਆਂ ਦੇ ਹੁੰਦੇ ਨੇ, ਇਸ ਲਈ ਤੁਸੀਂ ਸਾਰੇ ਆਏ ਹੋ। ਮੈਂ ਕਿਸੇ ਪਾਰਟੀ ਦੇ ਹਵਾਲੇ ਨਾਲ ਅੱਜ ਗੱਲ ਨਹੀਂ ਕਰੂੰਗਾ, ਰਾਜਨੀਤਿਕ ਗੱਲ ਨਹੀਂ ਕਰੂੰਗਾ, ਕਿਉਂਕਿ ਤੁਸੀਂ ਪਤਾ ਨਹੀਂ ਕਿਹੜੀ ਪਾਰਟੀ ਨਾਲ ਜੁੜੇ ਹੋ, ਪਰ ਖੇਡਾਂ ਸਮੇਂ ਪਿੰਡਾਂ ਦੇ ਮਸਲਿਆਂ ਸਮੇਂ ਇਕੱਠੇ ਹੋ ਜਾ ਕਰੋ, ਵੋਟ ਚਾਹੀ ਨੂੰ ਮਰਜ਼ੀ ਪਾਓ। ਸੋ ਗੱਲ ਖਾਸੀਆਂ ਸਿਆਣੀਆਂ ਗੱਲਾਂ ਕਰਦੇ ਨਜ਼ਰ ਆਏ ਮੁੱਖ ਮੰਤਰੀ, ਤਾਜ਼ੇ ਤੰਦਰੁਸਤ ਹੋ ਕੇ ਆਏ ਨੇ। ਤੋ ਚਲੋ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤੇ ਚੰਗਾ ਨਿਬੜਿਆ ਜੀ। ਪਰ ਮਨੀਸ਼ ਸ਼ੋਧੀਆ ਜੀ ਹਾਜ਼ਰ ਸੀ ਉਸ ਪ੍ਰੋਗਰਾਮ 'ਚ, ਉਹ ਤਾਂ ਨਾਲ ਹੀ ਰਹਿੰਦੇ ਨੇ, ਸੱਗੀ ਨਾਲ ਪਰਾਂਦੇ ਤਾਂ ਹੁਣ ਟੰਗੇ ਹੀ ਰਹਿੰਦੇ ਨੇ ਉਹਨਾਂ ਨਾਲ। ਇਹ ਸਮਝ ਨਹੀਂ ਆਉਂਦੀ ਕਿ ਕਿਹੜੇ ਸੰਵਿਧਾਨਕ ਅਹੁਦਿਆਂ ਨਾਲ ਇੱਥੇ ਵਿਚਰ ਰਹੇ ਨੇ, ਦਿੱਲੀ ਤੋਂ ਹਾਰੇ, ਦਿੱਲੀ ਤੋਂ ਕੱਢੇ, ਦਿੱਲੀ ਤੋਂ ਭੱਜੇ, ਤੇ ਹੁਣ ਇੱਥੇ ਪੰਜਾਬ ਉਹਨਾਂ ਨੂੰ ਹੱਥੀ ਛਾਵਾਂ ਕਰਦੇ ਫਿਰ ਰਹੀ ਹੈ ਸਰਕਾਰ ਸਾਡੀ। ਸਹੀ ਗੱਲ ਹੈ ਜੀ, ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਜਿਹੜੇ ਵਿਦੇਸ਼ਾਂ ਦੇ ਵਿੱਚ ਨਸਲੀ ਹਮਲੇ ਹੋ ਰਹੇ ਨੇ,
ਆਸਟ੍ਰੇਲੀਆ ਤੋਂ ਇੱਕ ਬੜੀ ਮੰਦਭਾਗੀ ਖਬਰ ਆਈ ਹੈ, ਇੱਕ ਸਿੱਖ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ, ਜਿਮ ਦੇ ਵਿੱਚ ਸੀਗਾ, ਬਾਹਰ ਜਦੋਂ ਹਮਲਾ ਕੀਤਾ ਗਿਆ ਉਹਦੇ ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਇਹਨਾਂ ਨਸਲੀ ਹਮਲਿਆਂ ਦਾ ਕਾਰਨ ਕੀ ਹੈ ਜੀ? ਕਿਉਂਕਿ ਪੰਜਾਬੀ ਤਾਂ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਨੇ, ਰੋਜ਼ੀ ਰੋਟੀ ਕਮਾਉਂਦੇ ਨੇ, ਆਪਦਾ ਕੰਮ ਕਰਦੇ ਨੇ, ਮਿਹਨਤਾਂ ਕਰਦੇ ਨੇ ਤੇ ਮੰਜ਼ਿਲਾਂ ਨੂੰ ਹਾਸਲ ਕਰਦੇ ਨੇ। ਇਹ ਬਹੁਤ ਮੰਦਭਾਗਾ ਵਰਤਾਰਾ ਹੈ। ਜੀ ਜੀ। ਅਸੀਂ ਲੋਕ ਮੰਨ ਕੇ ਇਹ ਚੱਲਦੇ ਹਾਂ ਕਿ ਸਾਡੇ ਇੱਥੇ ਧਰਮ, ਜਾਤ, ਰੰਗ, ਨਸਲ, ਭੇਦ ਬਹੁਤ ਕੁਛ ਹੈ। ਪਰ ਜੀ ਬਾਹਰਲੇ ਮੁਲਕਾਂ 'ਚ ਤਾਂ ਮਨੁੱਖਤਾ ਬਹੁਤ ਹੈ ਜੀ, ਉਹ ਤਾਂ ਨਿਮਰ ਬਹੁਤ ਹੈ ਜੀ, ਹੈ ਨਾ। ਪਰ ਹਰ ਵਰਗ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ, ਅੰਸਰ ਹੁੰਦੇ ਨੇ, ਹਰ ਸਮਾਜ 'ਚ ਸ਼ਰਾਰਤੀ ਅੰਸਰ ਹੁੰਦੇ ਨੇ। ਸਹੀ ਸਹੀ। ਸੋ ਇਸ ਲਈ ਉਹ ਇਹੀ ਹੁੰਦਾ ਕਿ ਇੱਕ ਦੀ ਗਲਤੀ, ਜਿਵੇਂ ਆਪਾਂ ਅਕਸਰ ਗੱਲ ਕਰਦੇ ਆਏ ਹਾਂ ਕਿ ਵਿਦੇਸ਼ਾਂ 'ਚ ਜਦੋਂ ਸਾਡੇ ਪਿੰਡਾਂ ਦੇ, ਸ਼ਹਿਰਾਂ ਦੇ, ਮੁਲਕ ਦੇ, ਸੂਬਿਆਂ ਦੇ ਲੋਕ ਜਾਂਦੇ ਨੇ ਤਾਂ ਉਹ ਇਕੱਲੇ ਉਹ ਵਿਅਕਤੀ ਨਹੀਂ ਤੁਰਿਆ ਫਿਰ ਰਿਹਾ ਹੁੰਦਾ, ਉਹ ਮੁਲਕ, ਸੂਬਾ ਤੁਰਿਆ ਫਿਰ ਰਿਹਾ ਹੁੰਦਾ। ਸੋ ਇਸ ਲਈ ਉਹਨਾਂ ਨੂੰ ਬਹੁਤ ਧਿਆਨ ਨਾਲ ਵਿਚਰਨਾ ਚਾਹੀਦਾ ਕਿ ਉਹਨਾਂ ਨਾਲ, ਉਹਨਾਂ ਵੱਲੋਂ ਕੀਤੀ ਕੋਈ ਵੀ ਹਰਕਤ ਸੂਬੇ ਦਾ, ਮੁਲਕ ਦਾ ਨਾਮ ਖਰਾਬ ਕਰਦੀ ਹੈ, ਉਸ ਵਿਅਕਤੀ ਦਾ ਨਹੀਂ ਨਿੱਜੀ ਖਰਾਬ ਹੁੰਦਾ ਕੁਛ ਨਾ। ਉਸੇ ਤਰ੍ਹਾਂ ਹਰੇਕ ਮੁਲਕ ਦੇ ਜਿਹੜੇ ਉੱਥੋਂ ਦੇ ਵਸਨੀਕ ਲੋਕ ਨੇ, ਉਹਨਾਂ ਦੀ ਕਿਸੇ ਦੀ ਇੱਕ ਘਟੀਆ ਹਰਕਤ ਜੀ, ਇਹ ਹੁਣ ਆਪਾਂ ਖਬਰ ਇਹੀ ਕਰ ਰਹੇ ਹਾਂ ਨਾ ਕਿ ਆਸਟ੍ਰੇਲੀਆ 'ਚ ਨਸਲੀ ਹਮਲਾ, ਜਦੋਂ ਕਿ ਸਾਰੇ ਆਸਟ੍ਰੇਲੀਆ ਨੇ ਤਾਂ ਹਮਲਾ ਨਹੀਂ ਨਾ ਕੀਤਾ, ਉਲਟਾ ਉੱਥੋਂ ਦੇ ਸਥਾਨਕ ਲੋਕਾਂ ਨੇ ਉਸ ਮੁੰਡੇ ਨੂੰ ਸਾਂਭਿਆ, ਹਸਪਤਾਲ ਚੱਕ ਕੇ ਲੈ ਕੇ ਗਏ, ਹਸਪਤਾਲ ਉਹਨੂੰ ਇਲਾਜ ਲਈ ਲੈ ਕੇ ਗਏ। ਤੇ ਉਹ ਉਸ ਬੱਚੇ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਵੀ ਕਿ ਮੈਂ ਇੰਨਾ ਪੀੜ ਇਸ ਜ਼ਖਮ ਦੀ, ਹੱਡੀ ਟੁੱਟਣ ਦੀ ਨਹੀਂ ਮੈਨੂੰ ਜਿੰਨੀ ਮਾਨਸਿਕ ਹੈ। ਸਹੀ, ਕਿਉਂਕਿ ਜਿਹੋ ਜਿਹੇ ਸ਼ਬਦ ਉਹਦੇ ਲਈ ਵਰਤੇ ਕਿ ਮੈਂ ਉਹ ਸਕਰੀਨ ਤੇ ਬੋਲਣਾ ਵੀ ਚੰਗਾ ਨਹੀਂ ਸਮਝਦਾ। ਬਿਲਕੁਲ ਬਿਲਕੁਲ, ਜੋ ਸ਼ਬਦ ਉਹਦੇ ਲਈ ਵਰਤੇ ਗਏ, ਹੈ ਨਾ। ਤੇ ਵਾਪਸ ਜਾਓ ਜੀ, ਆਪਣੇ ਮੁਲਕ ਮੁੜ ਜਾਓ ਜੀ, ਇਹੋ ਜਿਹੀਆਂ ਗੱਲਾਂ। ਪਹਿਲਾਂ ਜਿਮ ਦੇ ਅੰਦਰ ਉਹਨੂੰ ਤਾਨੇ ਮਾਰਦੇ ਰਹੇ, ਫਿਰ ਬਾਹਰ ਉਹਦੇ ਨੱਕ 'ਚ ਸਿਰ ਮਾਰਿਆ, ਹੱਡੀ ਤੋੜੀ। ਅਸਲ 'ਚ ਪ੍ਰਵੀਨ ਜੀ ਇਹ ਵਰਤਾਰਾ ਅਸੀਂ ਆਪਣੇ ਮੁਲਕ 'ਚ ਵੀ ਦੇਖਦੇ ਹਾਂ। ਰਾਜਨੀਤਿਕ ਲੀਡਰਾਂ ਦੇ ਕੁਝ ਬੋਲਾਂ ਦੇ ਅਰਥ ਇੰਝ ਹੀ ਲਏ ਜਾਂਦੇ ਨੇ। ਸਹੀ ਗੱਲ। ਚਾਹੇ ਗਊ ਭਗਤ ਦੇ ਨਾਂ ਤੇ, ਚਾਹੇ ਉਹ ਮੀਟ ਦੇ ਨਾਂ ਤੇ, ਚਾਹੇ ਧਰਮ ਦੇ ਨਾਂ ਤੇ, ਚਾਹੇ ਪਾਰਟੀਆਂ ਦੇ ਨਾਂ ਤੇ। ਹੁਣ ਅਸੀਂ ਜਿੰਨੇ ਹਿੰਸਕ ਹੋ ਗਏ ਆ, ਕੋਈ ਰੇਹੜੀ ਫੜੀ ਵਾਲਾ ਹੈ ਨਾ, ਪਹਿਲਾਂ ਆਧਾਰ ਕਾਰਡ ਦਿਖਾਓ, ਕਿਹੜੇ ਸੂਬੇ ਤੋਂ ਆਏ ਹੋ, ਬਾਹਰਲੇ ਸੂਬੇ ਦਾ ਨੰਬਰ ਹੈ ਨਾ, ਉਹ ਕਿਉਂ, ਤੂੰ ਇੱਥੇ ਕਿਉਂ ਖੜਾ ਹੈ, ਇੱਥੇ ਕਿਉਂ ਬੜਿਆ। ਆਪ ਚਾਹੇ ਸਾਰੇ ਪੰਜਾਬ 'ਚ ਉਤਰੇ ਹੁਣ ਕੰਮ ਕਰਨ, ਹੈ ਨਾ। ਸਹੀ ਗੱਲ। ਤੇ ਇਸ ਲਈ ਇਹ ਬੜੀ ਪੀੜਦਾਇਕ ਹੈ। ਤੇ ਫਿਰ ਉਹਦਾ ਨੁਕਸਾਨ ਤੁਹਾਡੇ ਲੋਕਾਂ ਜਿਹੜੇ ਦੂਸਰੇ ਸੂਬਿਆਂ 'ਚ ਗਏ ਨੇ ਉਹਨਾਂ ਨੂੰ ਹੁੰਦਾ। ਹੁਣ ਇਸੇ ਤਰ੍ਹਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਮੈਂ ਟਰੰਪ ਦਾ ਵਰਤਾਰਾ ਦੇਖ ਰਿਹਾ। ਜੀ ਜੀ। ਬੇਸ਼ੱਕ ਇਹ ਘਟਨਾਵਾਂ ਪਹਿਲਾਂ ਵੀ ਕਿਤੇ ਨਾ ਕਿਤੇ ਇੱਕਾ ਦੁੱਕਾ ਵਾਪਰਦੀਆਂ ਨਹੀਂ, ਮੈਂ ਪੱਕੇ ਆ ਕਿ ਕੁਝ ਸ਼ਰਾਰਤੀ ਲੋਕ ਹੁੰਦੇ ਨੇ, ਹੈ ਨਾ। ਤੇ ਪਰ ਟਰੰਪ ਨੇ ਜਿਹੋ ਜਿਹਾ ਮਾਹੌਲ ਸਿਰਜਿਆ ਕਿ ਜੀ ਇਹ ਸਾਡੇ ਹੱਕ ਖਾਂਦੇ ਨੇ, ਸਾਡਾ ਰੁਜ਼ਗਾਰ ਖਾਂਦੇ ਨੇ, ਇਹ ਜੀ ਵੀ ਤੁਸੀਂ ਲੋੜ ਨੂੰ ਬੁਲਾਏ, ਲੋੜ ਨੂੰ ਤੁਹਾਡੇ ਰਾਹ ਖੁੱਲੇ ਸੀ, ਤੁਹਾਡੀ ਮਿਹਨਤ ਮਸ਼ੱਕਤ ਕਰਕੇ ਤੁਹਾਡੇ ਮੁਲਕਾਂ 'ਚ ਉਹਨਾਂ ਨੇ ਕੰਮ ਕੀਤਾ, ਹੈ ਨਾ, ਉਹਦੇ ਵਿੱਚ ਤੁਹਾਡਾ ਆਰਥਿਕ ਗੇੜਾ ਵੀ ਦਿੱਤਾ। ਤੇ ਇਹ ਇਸ ਤਰੀਕੇ ਕਾਰਨ ਹੁਣ ਬਦਨਾਮ ਵੀ ਕਰਨਾ ਤੇ ਹੱਥਕੜੀਆਂ ਲਾ ਕੇ ਮੋੜਨਾ ਵੀ ਹੈ। ਉਹ ਟਰੰਪ ਦੇ ਬਿਆਨ ਤੇ ਉਹ ਦ੍ਰਿਸ਼ਾਂ ਨੇ ਦੁਨੀਆ ਭਰ 'ਚ ਇਸ ਗੱਲ ਨੂੰ ਹਵਾ ਦਿੱਤੀ ਹੈ ਜੀ। ਔਰ ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਮੁਲਕਾਂ ਦੇ ਵਿੱਚ ਅੱਜ ਕੱਲ੍ਹ ਸਾਡੀ ਨਵੀਂ ਪਨੀਰੀ ਜਾ ਰਹੀ ਹੈ, ਜਿਹੜੀ ਮਾਨਸਿਕ ਤੌਰ ਤੇ ਉਨੀ ਮਜ਼ਬੂਤ ਅਜੇ ਨਹੀਂ ਹੈ, ਬੱਚੇ ਨੇ। ਤੇ ਉਹ ਤਲਖੀ ਵੀ ਖਾ ਜਾਂਦੇ ਨੇ, ਕਈ ਵਾਰ ਜਵਾਬ ਵੀ ਦੇ ਬੈਠਦੇ ਹੋਣਗੇ, ਹੈ ਨਾ। ਉਹ ਤਕਰਾਰ ਵਧਣ ਦਾ ਕਾਰਨ ਵੀ ਬਣ ਜਾਂਦਾ ਹੈ। ਸੋ ਇਹ ਬਹੁਤ ਪਹਿਲੂ ਨੇ ਕਿ ਅਸੀਂ ਕਿਵੇਂ, ਹੁਣ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਪੁੱਛ ਕੇ ਦੇਖੋ, ਜਿਹੜੇ ਕੈਨੇਡਾ, ਅਮਰੀਕਾ 'ਚ ਅੱਜ ਤੋਂ 30 40 40 50 50 ਸਾਲ ਪਹਿਲਾਂ ਗਏ ਸੀ, ਉਹਨਾਂ ਨੇ ਬਹੁਤ ਕੁਝ ਸਿਆ ਹੋਊਗਾ। ਜੀ ਸਹੀ ਹੈ। ਪਰ ਉਸ ਸਮੇਂ ਸੋਸ਼ਲ ਮੀਡੀਆ ਨਹੀਂ ਸੀ, ਇਹ ਦੌਰ ਨਹੀਂ ਸੀ, ਇਸ ਲਈ ਬੜੀ ਦੇਰ ਬਾਅਦ ਮਾਮਲਾ ਸਾਹਮਣੇ ਆਉਂਦਾ ਸੀ, ਜਾਨੂੰ ਠੰਡੀ ਹੋ ਜਾਂਦੀ ਸੀ ਗੱਲਬਾਤ। ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਨਸਲੀ ਹਮਲੇ ਕਰਦੇ ਰਹੋਗੇ, ਤੁਸੀਂ ਇਹ ਵਿਵਹਾਰ ਕਰਦੇ ਰਹੋਗੇ। ਸੋ ਉੱਥੋਂ ਦੇ ਮੁਲਕ ਨੂੰ, ਉੱਥੋਂ ਦੀ ਸਰਕਾਰ ਨੂੰ, ਉੱਥੋਂ ਦੇ ਚੁਣੇ ਨੁਮਾਇੰਦਿਆਂ ਨੂੰ ਵੀ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਉਹ ਆਪਣੇ ਮੁਲਕ ਦੇ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਵੀ ਨੱਥ ਪਾ ਕੇ ਰੱਖਣ ਔਰ ਉਹਨਾਂ ਨੂੰ ਸਹਿਜਤਾ ਦਾ ਪਾਠ ਪੜਾਉਣ। ਜੀ ਬਿਲਕੁਲ। ਦੇਖੋ, ਆਪਾਂ ਅਕਸਰ ਹੀ ਚਰਚਾ ਕਰਦੇ ਹੁੰਦੇ ਸ਼ਰਮਾ ਜੀ, ਜਿਹੜੇ ਜਿਸ ਕਿਸੇ ਵੀ ਦੇਸ਼ ਦੇ ਵਿੱਚ ਆਪਾਂ ਰਹਿੰਦੇ ਹਾਂ ਜਾਂ ਜਿਸ ਕਿਸੇ ਵੀ ਦੇਸ਼ ਦੇ ਬਾਰੇ ਆਪਾਂ ਗੱਲ ਕਰ ਲਈਏ, ਜਦੋਂ ਉੱਥੋਂ ਦਾ ਹੁਕਮਰਾਨ, ਉੱਥੋਂ ਦੀ ਜਿਹੜੀ ਸੱਤਾਧਾਰੀ ਪਾਰਟੀ ਜਿਵੇਂ ਮੋਦੀ BJP ਹੈ, ਜਦੋਂ ਸਟੇਜਾਂ ਦੇ ਉੱਤੋਂ ਇਸ ਤਰ੍ਹਾਂ ਦੀਆਂ ਤਕਰੀਰਾਂ ਹੋਣਗੀਆਂ ਜਿਹੜੀਆਂ ਨਫ਼ਰਤੀ ਹੋਣਗੀਆਂ, ਕਿਸੇ ਭਾਈਚਾਰੇ ਵਿਸ਼ੇਸ਼ ਨੂੰ ਟਾਰਗੇਟ ਕੀਤੀਆਂ ਜਾਣਗੀਆਂ, ਤਾਂ ਉਹ ਟੀਵੀ ਕੌਣ ਦੇਖ ਰਿਹਾ? ਟੀਵੀ ਤਾਂ ਛੋਟਾ ਬੱਚਾ ਵੀ ਦੇਖ ਰਿਹਾ, ਜਵਾਨ ਵੀ ਦੇਖ ਰਿਹਾ, ਅਲੜ ਵੀ ਦੇਖ ਰਿਹਾ। ਤੇ ਜਦੋਂ ਉਹਦੇ 'ਚ ਵਾਇਰਸ ਉਹਦੇ ਦਿਮਾਗ ਦੇ ਵਿੱਚ ਭਰਿਆ ਜਾਊਗਾ ਕਿ ਫਲਾਂ ਬੰਦਾ, ਮੈਂ ਉਹਦੇ ਕਰਕੇ ਅਨਸੇਫ ਹਾਂ, ਮੈਂ ਉਹਦੇ ਕਰਕੇ ਸੁਰੱਖਿਅਤ ਹਾਂ, ਮੈਂ ਉਹਦੇ ਕਰਕੇ ਮੇਰਾ ਕੰਮ ਹੈ ਨਹੀਂ, ਮੇਰੇ ਉਹਦੇ ਕਰਕੇ ਸਾਡਾ ਦੇਸ਼ ਪਿੱਛੇ ਹਟ ਗਿਆ, ਤਾਂ ਉਹ ਕੀ ਕਰੂਗਾ ਫਿਰ?
ਉਹ ਉਸ ਚੀਜ਼ ਨੂੰ ਹੋ ਸਕਦਾ ਹਿੰਸਕ ਰੂਪ ਦੇ ਵਿੱਚ ਜਿਹੜਾ ਜਵਾਬ ਦੇਵੇ, ਹੋ ਸਕਦਾ ਸੋਸ਼ਲ ਮੀਡੀਆ ਤੇ ਜਾ ਕੇ, ਮਤਲਬ ਇੱਕ ਵਾਇਰਸ ਤਾਂ ਆਪਾਂ ਫੈਲਦਾ ਦੇਖਦੇ ਹੀ ਆ ਨਾ। ਸੋ ਇਹ ਪੋਲੀਟੀਕਲ ਧਿਰਾਂ ਨੇ ਜਿਹੜਾ ਵਾਇਰਸ ਇਸ ਟਾਈਮ ਦੁਨੀਆ ਭਰ ਦੇ ਵਿੱਚ ਫੈਲਾਇਆ ਹੋਇਆ, ਐਂਟੀ ਇਮੀਗ੍ਰੈਂਟ ਜਾਂ ਹੋਰ ਜਿਹੜਾ ਭਾਰਤ ਦੇ ਵਿੱਚ ਐਂਟੀ ਮਿਨੋਰਿਟੀ ਵਾਲਾ ਫੈਲਾਇਆ ਹੋਇਆ, ਇਹਦੇ ਆਪਾਂ ਸਿੱਟੇ ਵੀ ਤਾਂ ਸਮਾਜ ਦੇ ਵਿੱਚ ਦੇਖਦੇ ਹੀ ਆ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।